सब ਨੂੰ ਜੈਮਸੀ ਦੀ ਜੈਮਸੀ ਸਾਰਿਆਂ ਨੂੰ। तो परमेश्वर का ਅਸੀਂ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਵਾਸਤੇ। तो प्रभु ਦੇ ਦਾਸ ਪਾਸਟਰ ਪੀਟਰ ਜੌਨ ਦਾ ਔਰ ਉਹਨਾਂ ਦੀ ਵਾਈਫ ਦਾ ਅੱਜ ਦੇ ਦਿਨ ਵਿਆਹ ਹੋਇਆ ਸੀ ਔਰ ਅਸੀਂ ਪ੍ਰਭੂ ਦੀ ਪਾਕ ਹਜ਼ੂਰੀ ਦੇ ਵਿੱਚ ਉਹਨਾਂ ਦੀ ਸਾਲਗਿਰਾ ਮਨਾ ਰਹੇ ਹਾਂ। ਤੇ ਜਦੋਂ ਇੱਥੇ ਆਰਾਧਨਾ ਹੋ ਰਹੀ ਸੀ, ਵੈਸੇ ਆਰਾਧਨਾ ਦੇ ਨਾਲ ਨਾਲ ਪਰਮੇਸ਼ਰ ਦਾ ਕਲਾਮ ਵੀ ਹੋ ਰਿਹਾ ਸੀ। ਤੋ ਜਸਟ ਮੈਂ ਜਦੋਂ ਹੁਣ ਬਚਨ ਸ਼ੁਰੂ ਕਰਨ ਵਾਲਾ ਹਾਂ, ਤੋ ਕੱਲੀ ਆਰਾਧਨਾ ਨਹੀਂ ਸੀ ਹੋ ਰਹੀ, ਤੁਹਾਨੂੰ ਪਤਾ ਨਾਲ ਨਾਲ ਪਰਮੇਸ਼ਰ ਦਾ ਕਲਾਮ ਵੀ ਹੋ ਰਿਹਾ ਸੀ। ਤੋ ਅੱਜ ਦੇ ਦਿਨ ਉਹਨਾਂ ਦੀ ਸ਼ਾਦੀ ਹੋਈ ਸੀ, ਅਸੀਂ ਅੱਜ ਸਾਲਗਿਰਾ ਮਨਾ ਰਹੇ ਹਾਂ। ਔਰ ਜਿੱਦਾਂ ਸੰਸਾਰਿਕ ਲੋਕ ਮਨਾਉਂਦੇ ਨੇ ਉਸ ਤਰ੍ਹਾਂ ਨਹੀਂ। ਕਿੰਨੇ ਜਾਣਿਆਂ ਨੂੰ ਅੱਜ ਜਦੋਂ ਅਸੀਂ ਆਰਾਧਨਾ ਕਰ ਰਹੇ ਸੀ ਔਰ ਨਾਲ ਨਾਲ ਪਰਮੇਸ਼ਰ ਦੇ ਵਚਨ ਦੀਆਂ ਗੱਲਾਂ ਵੀ ਸੁਣ ਰਹੇ ਸੀ, ਕਿੰਨੇ ਜਾਣਿਆਂ ਨੂੰ ਅੱਜ ਇਸ ਜਗ੍ਹਾ ਦੇ ਉੱਤੇ ਆਨੰਦ ਮਿਲਿਆ ਔਰ ਤੁਸੀਂ ਮਹਿਸੂਸ ਕੀਤਾ ਕਿ ਇਸ ਜਗ੍ਹਾ ਦੇ ਉੱਤੇ ਪਰਮੇਸ਼ਰ ਦੀ ਪਾਕ ਹਜ਼ੂਰੀ ਸੀ? ਕਿੰਨੇ ਜਾਣੇ? ਹਾਲੇਲੂਇਆ, ਜ਼ੋਰ ਸੇ ਬੋਲੋ ਹਾਲੇਲੂਇਆ। ਔਰ ਅਸੀਂ ਇਹਨੂੰ ਸਾਲਗਿਰਾ ਕਹਿੰਦੇ ਆ। ਸਾਲ ਦਾ ਮਤਲਬ ਸਾਲ ਬਾਅਦ ਉਹ ਦਿਨ ਆਉਂਦਾ। ਤੇ ਜਦੋਂ ਇੱਥੇ ਆਰਾਧਨਾ ਚੱਲ ਰਹੀ ਸੀ ਤਾਂ ਮੈਨੂੰ ਇਸ ਜਗ੍ਹਾ ਦੇ ਉੱਤੇ ਮਹਿਸੂਸ ਹੋਇਆ ਕਿ ਇੱਕ ਦਿਨ ਪ੍ਰਭੂ ਯਿਸੂ ਮਸੀਹ ਵੀ ਇਸ ਧਰਤੀ ਦੇ ਉੱਤੇ ਆਪਣੀ ਦੁਲਹਨ ਨੂੰ, ਕਲੀਸਿਆ ਨੂੰ ਵਿਆਹੁਣ ਦੇ ਲਈ ਆ ਰਿਹਾ। ਔਰ ਜਿੱਦਾਂ ਜਿਹੜੇ ਖੁਦਾ ਦੇ ਵਿੱਚ ਲੋਕ ਨੇ ਅੱਜ ਜਿਸ ਤਰ੍ਹਾਂ ਅਸੀਂ ਇਸ ਜਗ੍ਹਾ ਦੇ ਉੱਤੇ ਪਰਮੇਸ਼ਰ ਦੀ ਹਜ਼ੂਰੀ ਨੂੰ ਮਹਿਸੂਸ ਕੀਤਾ ਔਰ ਕਿੰਨਾ ਆਨੰਦ ਆ ਰਿਹਾ ਸੀ ਜਦ ਅਸੀਂ ਪਰਮੇਸ਼ਰ ਦੀ ਆਰਾਧਨਾ ਕਰ ਰਹੇ ਸੀ। ਹੁਣ ਇਸ ਧਰਤੀ ਦੇ ਉੱਤੇ ਤੇ ਸਾਲ ਨੇ, ਹਫ਼ਤੇ ਨੇ, ਮਹੀਨੇ ਨੇ, ਮਤਲਬ ਸਾਲ ਬਾਅਦ ਸਾਲਗਿਰਾ ਮਨਾ ਰਹੇ। ਪਰ ਸਵਰਗ ਦੇ ਵਿੱਚ ਨਾ ਹਫ਼ਤੇ ਆ, ਨਾ ਮਹੀਨੇ ਆ, ਤੇ ਨਾ ਸਾਲ ਆ। ਮਤਲਬ ਉੱਥੇ ਖੁਦਾ ਦੀ ਪਾਕ ਹਜ਼ੂਰੀ ਦੇ ਵਿੱਚ ਜਦੋਂ ਅਸੀਂ ਪਰਮੇਸ਼ਰ ਦੇ ਨਾਲ ਹੋਵਾਂਗੇ ਤੇ ਉਹ ਦਿਨ ਜਿਸ ਦਿਨ ਪ੍ਰਭੂ ਆਪਣੇ ਲੋਕਾਂ ਨੂੰ ਸਵਰਗ ਦੇ ਵਿੱਚ ਲੈ ਜਾਏਗਾ, ਹਾਲੇਲੂਇਆ, ਉਸ ਦਿਨ ਦਾ ਸੈਲੀਬ੍ਰੇਟ, ਉਸ ਦਿਨ ਦੀ ਖੁਸ਼ੀ ਜਿਹੜੀ ਆ ਉਹ ਸਵਰਗ ਦੇ ਵਿੱਚ ਹਰ ਰੋਜ਼ ਹੋਏਗੀ। ਔਰ ਜ਼ੋਰ ਸੇ ਤਾਲੀ ਵਜਾਏ ਪ੍ਰਭੂ ਦੇ ਲਈ, ਹਾਲੇਲੂਇਆ। ਹਰ ਰੋਜ਼ ਅਸੀਂ ਮਤਲਬ ਉਹ ਜਿਹੜੀ ਸਾਲਗਿਰਾ ਹੋਏਗੀ ਨਾ, ਜਿਸ ਦਿਨ ਪ੍ਰਭੂ ਆਪਣੀ ਕਲੀਸਿਆ ਨੂੰ ਵਿਆਹੁਣ ਦੇ ਲਈ ਆਏਗਾ, ਵਿਆਹ ਕੇ ਲੈ ਜਾਏਗਾ, ਉਹ ਹਰ ਰੋਜ਼ ਖੁਸ਼ੀ ਕੀਤੀ ਜਾਏਗੀ। ਕਿੰਨਾ ਆਨੰਦ ਹੋਏਗਾ ਸਵਰਗ ਦੇ ਵਿੱਚ, ਹਾਲੇਲੂਇਆ। ਤੋ ਬ੍ਰਦਰ ਦੀਪਕ ਗੱਲ ਕਰ ਰਹੇ ਸੀ ਕਿ ਜਿਹੜੇ ਇੱਥੇ ਸੜਦੇ ਨੇ ਉਹ ਅੱਗੇ ਵੀ ਹੈ ਨਾ। ਤੋ ਅੱਜ ਜ਼ਿਆਦਾਤਰ ਗੀਤ ਵੀ ਜਿਹੜੇ ਬੋਲੇ ਗਏ ਆ, ਮਤਲਬ ਸਵਰਗ ਨੂੰ ਜਾਣ ਵਾਲੇ ਹੀ ਬੋਲੇ ਗਏ। ਤਾਂ ਅਸੀਂ ਕਲੀਸਿਆ ਜਿਹੜੀ ਆ ਅਸੀਂ ਤਿਆਰ ਕਰ ਰਹੇ ਆਪਣੇ ਆਪ ਨੂੰ ਪ੍ਰਭੂ ਦੇ ਨਾਲ ਲਿਜਾਣ ਦੇ ਲਈ। ਤਾਂ ਜਿਹੜੇ ਮਤਲਬ ਇੱਥੇ ਸੜਦੇ ਨੇ ਉਹ ਗਾਂ ਵੀ ਜਾ ਕੇ ਨਰਕ ਦੀ ਅੱਗ ਤਿਆਰ ਵਾ, ਉਹ ਕੀ ਕਰਨਗੇ ਬੋਲੋ? ਸੜਨਗੇ। ਇੱਕ ਗੱਲ ਮੈਨੂੰ ਯਾਦ ਆਈ, ਕਿਉਂਕਿ ਅੱਜ ਸਾਲਗਿਰਾ ਹੈ ਤਾਂ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਵੀ ਪਤੀ ਪਤਨੀ ਦੇ ਬਾਰੇ ਹੀ, ਸ਼ਾਦੀ ਦੇ ਬਾਰੇ ਹੀ ਜ਼ਿਆਦਾ ਅਸੀਂ ਸਿੱਖਣ ਦੇ ਲਈ ਜਾ ਰਹੇ ਹਾਂ। ਠੀਕ ਹੈ, ਪ੍ਰਭੂ ਦਾ ਧੰਨਵਾਦ ਹੈ ਕਿ ਪਾਸਟਰ ਪੀਟਰ ਜੌਨ ਮੇਰੇ ਛੋਟੇ ਭਰਾ ਨੇ। ਜ਼ਿਆਦਾਤਰ ਜਿਹੜੇ ਨਹੀਂ ਸਾਨੂੰ ਜਾਣਦੇ ਉਹ ਜ਼ਿਆਦਾਤਰ ਸਾਨੂੰ ਇਹੋ ਕਹਿੰਦੇ ਨੇ ਕਿ ਤੁਹਾਡਾ, ਬਹੁਤ ਵਾਰੀ ਮੈਨੂੰ ਮਿਲਦੇ, ਤੁਹਾਡਾ ਛੋਟਾ ਭਰਾ, ਤੁਹਾਡਾ ਵੱਡਾ ਭਰਾ, ਤੋ ਜ਼ਿਆਦਾਤਰ ਇਹੀ ਕਹਿੰਦੇ ਨੇ। ਜਦੋਂ ਮੈਂ ਟ੍ਰੇਨਿੰਗ ਦੇ ਵਿੱਚ ਸੀ ਉਸ ਟਾਈਮ ਪਾਸਟਰ ਪੀਟਰ ਵੀ ਟ੍ਰੇਨਿੰਗ ਦੇ ਵਿੱਚ ਗਏ, ਪਰ ਇਹ ਪਹਿਲਾਂ ਮਿਸ ਟ੍ਰੇਨਿੰਗ ਕੰਪਲੀਟ ਨਹੀਂ ਕੀਤੀ ਔਰ ਇਹ ਪਹਿਲਾਂ ਆਣ ਕੇ ਇਹਨਾਂ ਨੇ ਸੇਵਾ ਜਿਹੜੀ ਸੀ ਉਹ ਫੀਲਡ ਦੇ ਵਿੱਚ ਜਿਹੜੀ ਸੇਵਾ ਸੀ ਉਹ ਸ਼ੁਰੂ ਕਰ ਦਿੱਤੀ ਸੀ। ਔਰ ਜੇ ਮੈਂ ਦੇਖਾਂ ਤੇ ਫੀਲਡ ਦੇ ਵਿੱਚ ਜਿਹੜੀ ਸੇਵਕਾਈ ਹੈ, ਵੈਸੇ ਤੇ ਅਸੀਂ ਬਚਪਨ ਤੋਂ ਹੀ ਆਪਣੇ ਪਿਤਾ ਦੇ ਨਾਲ, ਪਰ ਫੀਲਡ ਦੇ ਵਿੱਚ ਜਿਹੜੀ ਸੇਵਕਾਈ ਸਟਾਰਟ ਕੀਤੀ ਹੈ ਉਹਦੇ ਵਿੱਚ ਉਹਦੇ ਹਿਸਾਬ ਦੇ ਨਾਲ ਇਹ ਵੱਡੇ ਹੀ ਨੇ। ਬੋਲੇ ਹਾਲੇਲੂਇਆ, ਸਾਰੇ ਬੋਲੇ ਹਾਲੇਲੂਇਆ। ਔਰ ਅਸੀਂ ਆਪਣੇ ਪਿਤਾ ਦੇ ਕੋਲੋਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਨੇ ਔਰ ਅਸੀਂ ਇੱਕ ਦੂਸਰੇ ਦੇ ਕੋਲੋਂ ਵੀ ਬਹੁਤ ਸਾਰੀਆਂ ਗੱਲਾਂ ਸਿੱਖਦੇ ਹਾਂ। ਕਦੀ ਇਹ ਨਹੀਂ ਸੋਚਿਆ ਵੱਡੇ ਜਾਂ ਛੋਟੇ ਆ,
ਔਰ ਮੈਂ ਪਰਸਨਲੀ ਕਦੀ ਇਹ ਨਹੀਂ ਸੋਚਿਆ ਕਿ ਕੋਈ ਵੱਡਾ ਜਾਂ ਛੋਟਾ ਹੈ। ਮੈਂ ਹਮੇਸ਼ਾ ਸਿੱਖਣ ਦੀ ਚਾਹ ਰੱਖਦਾ, ਜਿੱਥੇ ਕੁਝ ਚੰਗਾ ਸਿੱਖਣ ਲਈ ਮਿਲਦਾ ਹੈ ਸਿੱਖ ਲੈਂਦੇ ਹਾਂ। ਅਸੀਂ ਇੱਕ ਦੂਸਰੇ ਦੇ ਕੋਲੋਂ ਸਿੱਖਦੇ ਰਹਿੰਦੇ ਹਾਂ। ਤੋ ਪ੍ਰਭੂ ਦੇ ਦਾਸ ਦੂਣੇ ਆਦਰਯੋਗ ਹੁੰਦੇ ਨੇ। ਔਰ ਪ੍ਰਭੂ ਦੇ ਦਾਸ ਦੀ ਅੱਜ ਸਾਲਗਿਰਾ ਹੈ। ਔਰ ਕਿੰਨਵੀਂ ਸਾਲਗਿਰਾ ਹੈ? ਤੁਸੀਂ ਦੇਖਿਆ ਹੀ ਹੋਏਗਾ ਪੋਸਟਰ ਦੇ ਉੱਤੇ, ਹੈ 14ਵੀਂ। ਹਾਲੇਲੂਇਆ। ਤੁਹਾਨੂੰ ਪਤਾ ਅੱਜ ਕੱਲ ਦੇ ਰਿਸ਼ਤੇ ਜਿਹੜੇ ਆ ਉਹ ਬੜੀ ਛੇਤੀ ਬ੍ਰੇਕਅਪ ਹੁੰਦੇ ਆ। ਕੁਛ ਦਿਨ ਚੱਲਦੇ ਨੇ ਔਰ ਉਸ ਤੋਂ ਬਾਅਦ ਪ੍ਰੋਬਲਮ ਸਮੱਸਿਆਵਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਆ ਕਿ ਜਿਹੜੇ ਮਸੀਹ ਦੇ ਵਿੱਚ ਜੋੜੇ ਨੇ ਉਹਨਾਂ ਦੇ ਜੀਵਨ ਵਿੱਚ ਕੋਈ ਸਮੱਸਿਆ ਨਹੀਂ ਹੁੰਦੀ, ਪਰ ਦੇਖੋ ਪਰਮੇਸ਼ਰ ਜਿਹੜਾ ਹੈ ਉਹਨਾਂ ਦੇ ਉੱਤੇ ਆਪਣੀ ਕਿਰਪਾ ਰੱਖਦਾ ਹੈ, ਉਹਨਾਂ ਨੂੰ ਜੋੜ ਕੇ ਰੱਖਦਾ ਹੈ, ਉਹਨਾਂ ਨੂੰ ਸੰਭਾਲ ਕੇ ਰੱਖਦਾ ਹੈ ਔਰ ਉਹਨਾਂ ਨੂੰ ਬਰਕਤ ਦਿੰਦਾ, ਉਹਨਾਂ ਨੂੰ ਆਸ਼ੀਸ਼ ਦਿੰਦਾ। ਹਾਲੇਲੂਇਆ। ਸਾਰੇ ਬੋਲੋ ਹਾਲੇਲੂਇਆ। ਪਰ ਬਹੁਤ ਵਾਰੀ ਘਰਾਂ ਦੇ ਵਿੱਚ ਸਮੱਸਿਆਵਾਂ ਜਿਹੜੀਆਂ ਨੇ ਪਤੀ ਪਤਨੀ ਦੇ ਜੀਵਨ ਦੇ ਵਿੱਚ ਕਦੋਂ ਸ਼ੁਰੂ ਹੁੰਦੀਆਂ ਨੇ? ਜਦੋਂ ਉਹ ਇੱਕ ਦੂਸਰੇ ਦੇ ਉੱਤੇ ਦੋਸ਼ ਲਾਉਣਾ ਸ਼ੁਰੂ ਕਰ ਦਿੰਦੇ ਨੇ, ਇੱਕ ਦੂਸਰੇ ਦਾ ਆਦਰ ਸਤਿਕਾਰ ਕਰਦੇ ਨਹੀਂ। ਜ਼ਿਆਦਾਤਰ ਜਿਹੜੇ ਮਸੀਹ ਲੋਕ ਨੇ, ਜਿਹੜੇ ਬਾਈਬਲ ਪੜ੍ਹਦੇ ਆ ਨਾ, ਪਰਮੇਸ਼ਰ ਦਾ ਕਲਾਮ ਪੜ੍ਹਦੇ ਆ, ਉਹਨਾਂ ਨੇ ਸੁਣਿਆ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਕਿ ਜਿਹੜਾ ਬੰਦਾ ਵਾ ਉਹ ਘਰ ਦਾ ਕੀ ਹੁੰਦਾ ਵਾ? ਹੈਡ। ਤੇ ਉਹ ਆਪਣੇ ਆਪ ਨੂੰ ਜ਼ਿਆਦਾ ਹੀ ਕੁਝ ਸਮਝਦੇ ਆ। ਠੀਕ। ਤੇ ਇਸ ਕਰਕੇ ਉਹ ਕਹਿੰਦੇ ਕਿ ਔਰਤ ਸਾਡੀ ਇੱਜ਼ਤ ਕਰੇ, ਅਸੀਂ ਹੈਡ ਵਾਂ ਤੇ ਅਸੀਂ ਜਿਸ ਤਰ੍ਹਾਂ ਮਰਜ਼ੀ ਉਹਨੂੰ ਬੋਲੀਏ। ਪ੍ਰਭੂ ਦੀ ਬਾਣੀ ਦੇ ਵਿੱਚ ਲਿਖਿਆ ਹੈ, ਖੁਦਾ ਦਾ ਪਾਕ ਕਲਾਮ ਕਹਿੰਦਾ ਅਫਸੀਆਂ 5:22 ਦੇ ਵਿੱਚ, ਪ੍ਰਭੂ ਨੇ ਪਤੀ ਔਰ ਪਤਨੀ ਦੇ ਲਈ ਜੋ ਹਦਾਇਤਾਂ ਦਿੱਤੀਆਂ ਨੇ ਉਹਦੇ ਵਿੱਚ ਪ੍ਰਭੂ ਦਾ ਕਲਾਮ ਕਹਿੰਦਾ, ਪਰਮੇਸ਼ਰ ਦੀ ਬਾਣੀ ਕਹਿੰਦੀ ਆ ਕਿ ਜਿਹੜਾ ਪਤੀ ਆ ਉਹ ਘਰ ਦਾ ਹੈਡ ਵਾ ਔਰ ਉਹਨੇ ਪਤਨੀ ਦੇ ਨਾਲ ਪਿਆਰ ਕਿੱਦਾਂ ਕਰਨਾ? ਕਿਸ ਤਰ੍ਹਾਂ ਪਿਆਰ ਕਰਨਾ? ਜਿਹੜੇ ਕਲਾਮ ਨੂੰ ਜਾਣਦੇ ਨੇ, ਜਿੱਦਾਂ ਮਸੀਹ ਨੇ ਕਲੀਸਿਆ ਦੇ ਨਾਲ ਕੀ ਕੀਤਾ ਔਰ ਪੂਰਾ ਸੰਸਾਰ ਜਾਣਦਾ ਕਿ ਮਸੀਹ ਨੇ ਕਲੀਸਿਆ ਦੇ ਨਾਲ ਪਿਆਰ ਕਿਸ ਤਰ੍ਹਾਂ। ਕਿ ਮਸੀਹ ਨੇ, ਜਦੋਂ ਅਸੀਂ ਜਿਹੜੇ ਹਸਬੈਂਡ ਆ, ਅਸੀਂ ਇਸ ਗੱਲ ਨੂੰ ਦੇਖਣਾ ਕਿ ਜਦੋਂ ਅਸੀਂ ਆਪਣੀ ਪਤਨੀ ਨੂੰ ਆਦਰ ਦੇ ਨਾਲ ਨਹੀਂ ਬੋਲਦੇ, ਉਹਦੀ ਰਿਸਪੈਕਟ ਨਹੀਂ ਕਰਦੇ, ਉਹਦਾ ਆਦਰ ਨਹੀਂ ਕਰਦੇ, ਕਿ ਮਸੀਹ ਨੇ ਕਲੀਸਿਆ ਦੇ ਨਾਲ ਇਸ ਤਰ੍ਹਾਂ ਕੀਤਾ? ਹਾਂਜੀ, ਮਸੀਹ ਨੇ ਤੇ ਕਲੀਸਿਆ ਨੂੰ ਬਹੁਤ ਜ਼ਿਆਦਾ ਆਦਰ ਦਿੱਤਾ ਹੈ ਤੇ ਉਹ ਕਲੀਸਿਆ ਨੂੰ ਐਸੇ ਸਥਾਨ ਦੇ ਉੱਤੇ ਲੈ ਕੇ ਜਾਣ ਵਾਲਾ ਹੈ। 2000 ਸਾਲ ਤੋਂ ਪ੍ਰਭੂ ਉਸ ਸਥਾਨ ਨੂੰ ਤਿਆਰ ਕਰ ਰਿਹਾ। ਹਾਲੇਲੂਇਆ। ਸਾਰੇ ਬੋਲੋ ਹਾਲੇਲੂਇਆ। ਇਸ ਲਈ ਜਿਸ ਤਰ੍ਹਾਂ ਸੰਸਾਰਿਕ ਜੋੜਿਆਂ ਦੇ ਵਿੱਚ ਸਮੱਸਿਆਵਾਂ ਚੱਲ ਰਹੀਆਂ ਨੇ, ਪ੍ਰੋਬਲਮਸ ਚੱਲ ਰਹੀਆਂ, ਜੇ ਮਸੀਹ ਜੋੜਿਆਂ ਦੇ ਵਿੱਚ ਵੀ ਉਹ ਗੱਲਾਂ ਹੁੰਦੀਆਂ ਨੇ। ਜ਼ਿਆਦਾਤਰ ਤੁਸੀਂ ਦੇਖਿਆ ਹੈ, ਤੁਸੀਂ ਆਪਣੇ ਮੋਬਾਈਲ ਫੋਨ ਖੋਲਦੇ ਹੋ, ਟੀਵੀ ਦੇ ਉੱਤੇ ਦੇਖਦੇ ਹੋ, ਜ਼ਿਆਦਾਤਰ ਚੁਟਕਲੇ ਕਹਾਣੀਆਂ ਜਿਹੜੀਆਂ ਨੇ ਉਹ ਕਾਹਦੇ ਤੇ ਬਣੀਆਂ ਨੇ? ਪਤੀ ਪਤਨੀ ਤੇ, ਹਨਾ? ਪਤੀ ਪਤਨੀ ਦੇ। ਉਹ ਪਤਨੀ, ਕਈ ਚੁਟਕਲੇ ਪਤਨੀ ਤੇ ਬਣੇ, ਕਈ ਪਤੀ ਤੇ ਬਣੇ। ਜ਼ਿਆਦਾਤਰ ਪ੍ਰੋਬਲਮ ਸਮੱਸਿਆਵਾਂ ਜਿਹੜੀਆਂ ਨੇ ਸੰਸਾਰ ਦੇ ਵਿੱਚ ਪਤੀ ਪਤਨੀ ਦੇ ਜੀਵਨ ਦੇ ਵਿੱਚ ਹੋ ਰਹੀਆਂ ਨੇ। ਔਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਮਸੀਹ ਲੋਕਾਂ ਦੇ ਜੀਵਨ ਦੇ ਵਿੱਚ ਹੋਣੀਆਂ ਨਹੀਂ ਚਾਹੀਦੀਆਂ। ਬੋਲੋ ਹਾਲੇਲੂਇਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਦੇਖੋ, ਜੇ ਪ੍ਰਭੂ ਨੇ ਇੱਕ ਗੱਲ ਕਹੀ ਹੈ ਕਿ ਜੋ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਇੱਕ ਦੂਸਰੇ ਨਾਲ ਵੈਸਾ ਹੀ ਕਰਨਾ। ਤੁਸੀਂ ਇੱਕ ਦੂਸਰੇ ਦਾ ਕੀ ਕਰਨਾ? ਆਦਰ ਕਰਨਾ। ਇੱਕ ਦੂਸਰੇ ਦੇ ਨਾਲ ਕੀ ਕਰਨਾ ਵਾ? ਪਿਆਰ। ਇੱਕ ਵਾਰੀ ਇੱਕ ਪਤਨੀ ਸੀ ਤੇ ਉਹਨੇ ਆਪਣੇ ਪਤੀ ਨੂੰ ਪੁੱਛਿਆ ਕਿ ਜਦੋਂ ਕੋਈ ਬੰਦਾ ਜਿਹੜਾ ਵਾ ਮਰ ਜਾਂਦਾ ਵਾ ਤੇ ਸਵਰਗ ਦੇ ਵਿੱਚ ਜਦੋਂ ਜਾਂਦਾ ਤੇ ਉਹਨੂੰ ਉੱਥੇ ਕੀ ਮਿਲਦਾ? ਤੇ ਉਹ ਪਤਾ ਕੀ ਕਹਿੰਦਾ? ਕਹਿੰਦਾ ਉਹਨੂੰ ਹੂਰਾਂ ਮਿਲਦੀਆਂ ਉੱਥੇ। ਜਦੋਂ ਸਵਰਗ 'ਚ ਕੋਈ ਬੰਦਾ ਜਾਂਦਾ ਨਾ, ਪਤੀ ਕੋਈ ਜਾਂਦਾ, ਤੇ ਉਹਨੂੰ ਉੱਥੇ ਕੀ ਮਿਲਦੀਆਂ? ਹੂਰਾਂ, ਪਰੀਆਂ। ਤੇ ਫਿਰ ਕਹਿੰਦੀ ਤੇ ਜੇ ਜਦੋਂ ਕੋਈ ਜਨਾਨੀ ਮਰਦੀ ਆ, ਪਤਨੀ ਮਰਦੀ ਆ,
ਤੇ ਉਹਨੂੰ ਕੀ ਮਿਲਦੀ ਹੈ? ਕਹਿੰਦਾ ਉਹਨੂੰ ਉੱਥੇ ਛਾਤੀ ਫੈਲਾ ਕੇ ਕਹਿੰਦਾ ਬਾਂਦਰ ਮਿਲਦੇ ਉੱਥੇ ਉਹਨੂੰ। ਮਿਸ ਉਹਨੇ ਆਪਣੀ ਪਤਨੀ ਦੀ ਇਨਸਲਟ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗਿਓਂ ਪਤਨੀ ਕਹਿੰਦੀ ਫਿਰ ਇਹ ਗੱਲ ਵੈਸੇ ਸਹੀ ਨਹੀਂ ਆ ਕਿ ਬੰਦਿਆਂ ਨੂੰ ਇੱਥੇ ਵੀ ਹੂਰਾਂ ਤੇ ਉੱਥੇ ਵੀ ਹੂਰਾਂ ਤੇ ਸਾਨੂੰ ਇੱਥੇ ਵੀ ਬਾਂਦਰ ਤੇ ਗਾਂ ਵੀ ਬਾਂਦਰ। ਮਤਲਬ ਜੈਸਾ ਉਹਨੇ ਜਵਾਬ ਦਿੱਤਾ ਅੱਗੋਂ ਜਵਾਬ ਵੀ ਵੈਸਾ ਹੀ ਮਿਲਿਆ। ਇਸ ਲਈ ਬਹੁਤ ਵਾਰੀ ਅਸੀਂ ਸਿਰਫ ਆਪਣਾ ਆਦਰ ਭਾਲਦੇ ਹਾਂ, ਸਾਨੂੰ ਆਦਰ ਮਿਲੇ, ਸਾਨੂੰ ਆਦਰ ਮਿਲੇ। ਅਸੀਂ ਦੂਸਰੇ ਦਾ ਆਦਰ ਕਰਕੇ ਰਾਜੀ ਨਹੀਂ। ਪਤਨੀ ਨੇ ਵੀ ਪਤੀ ਦਾ ਆਦਰ ਕਰਨਾ ਤੇ ਔਰ ਪਤੀ ਨੇ ਵੀ ਪਤਨੀ ਦਾ ਆਦਰ ਕਰਨਾ। ਤੋ ਮੇਰੇ ਪਿਆਰੇ ਅਜ਼ੀਜ਼ੋ, ਅੱਜ ਜਿਹੜੀ ਗੱਲ ਮੈਂ ਤੁਹਾਨੂੰ ਪਰਮੇਸ਼ਰ ਦੇ ਕਲਾਮ ਦੇ ਚੋਂ ਸਿਖਾਉਣ ਦੇ ਲਈ ਜਾ ਰਿਹਾ, ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਅਗਰ ਲੋਕ ਭੱਜ ਰਹੇ ਨੇ, ਉਹ ਕਿਹੜੀ ਚੀਜ਼ ਦੇ ਪਿੱਛੇ ਭੱਜ ਰਹੇ ਨੇ? ਸਾਡੇ ਘਰ ਦੇ ਵਿੱਚ ਚਮਤਕਾਰ ਹੋ ਜੇ, ਚਮਤਕਾਰਾਂ ਦੇ ਪਿੱਛੇ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਪਰਮੇਸ਼ਰ ਚਮਤਕਾਰ ਕੰਮ ਕਰਦਾ ਕਿ ਨਹੀਂ ਕਰਦਾ? ਬੋਲੋ, ਕਰਦਾ ਕਿ ਨਹੀਂ? ਸਾਡੇ ਵਿੱਚੋਂ ਸਾਰਿਆਂ ਦੇ ਜੀਵਨ ਦੇ ਵਿੱਚ ਪ੍ਰਭੂ ਨੇ, ਤੁਸੀਂ ਇੱਥੇ ਤਾਂ ਹੀ ਬੈਠੇ ਹੋ, ਇੱਕ ਸਭ ਤੋਂ ਵੱਡਾ ਚਮਤਕਾਰ ਕੰਮ ਕੀਤਾ। ਉਹ ਭਲਾ ਕੀ ਆ? ਪਵਿੱਤਰ ਬਾਈਬਲ ਦੇ ਵਿੱਚ ਲਿਖਿਆ, ਜਦੋਂ ਇੱਕ ਪਾਪੀ ਧਰਤੀ ਦੇ ਉੱਤੇ ਤੌਬਾ ਕਰਦਾ ਤੇ ਸਵਰਗ ਦੇ ਵਿੱਚ ਕੀ ਹੁੰਦੀ ਆ? ਬੋਲੋ, ਬੋਲੋ ਹਾਲੇਲੂਇਆ। ਜਦੋਂ ਇੱਕ ਪਾਪੀ ਧਰਤੀ ਤੇ ਤੌਬਾ ਕਰਦਾ ਤੇ ਸਵਰਗ ਦੇ ਵਿੱਚ ਕੀ ਹੁੰਦੀ ਆ? ਜਦੋਂ ਇੱਕ ਕੰਮ ਤੁਸੀਂ ਧਰਤੀ ਦੇ ਉੱਤੇ ਇਦਾਂ ਦਾ ਕਰ ਲਿਆ ਕਿ ਉਹਦੇ ਜਕਾਰੇ ਜਿਹੜੇ ਆ ਸਵਰਗ ਦੇ ਵਿੱਚ ਵੀ ਵੱਜ ਰਹੇ ਨੇ, ਉਹਦੀ ਖੁਸ਼ੀ ਜਿਹੜੀ ਆ ਸਵਰਗ ਦੇ ਵਿੱਚ ਮਨਾਈ ਜਾ ਰਹੀ ਆ, ਤੇ ਹੋਰ ਕਿਹੜਾ ਵੱਡਾ ਚਮਤਕਾਰ ਤੁਸੀਂ ਚਾਹੁੰਦੇ ਹੋ ਆਪਣੇ ਜੀਵਨ ਦੇ ਵਿੱਚ? ਬੋਲਾ ਹਾਲੇਲੂਇਆ, ਸਾਰੇ ਬੋਲਾ ਹਾਲੇਲੂਇਆ। ਪ੍ਰਭੂ ਨੇ ਕਿਤੇ ਵੀ ਇਹ ਗੱਲ ਨਹੀਂ ਕਹੀ ਕਿ ਮੈਂ ਧਰਤੀ ਦੇ ਉੱਤੇ ਚਮਤਕਾਰ ਕੰਮ ਕਰਨ ਦੇ ਲਈ ਆਇਆ। ਪ੍ਰਭੂ ਨੇ ਆਖਿਆ ਮੈਂ ਪਾਪੀਆਂ ਨੂੰ ਬਚਾਉਣ ਦੇ ਲਈ ਇਸ ਧਰਤੀ ਦੇ ਉੱਤੇ ਆਇਆ। ਔਰ ਮੇਰੇ ਪਿਆਰੇ ਅਜ਼ੀਜ਼ੋ, ਅੱਜ ਮੈਂ ਤੁਹਾਨੂੰ ਦੱਸਣ ਵਾਲਾ ਹਾਂ ਖਾਸ ਕਰਕੇ ਇੱਕ ਪਰਿਵਾਰ ਕਿੱਥੋਂ ਸ਼ੁਰੂ ਹੁੰਦਾ ਵਾ। ਜਦੋਂ ਇੱਕ ਲੜਕੇ ਦੀ ਔਰ ਲੜਕੀ ਦੀ ਸ਼ਾਦੀ ਹੁੰਦੀ ਆ, ਉਹ ਪਰਿਵਾਰ ਬਣ ਜਾਂਦਾ। ਜਿੱਦਾਂ ਅਦਨ ਦੇ ਬਾਗ ਵਿੱਚ ਆਦਮੀ ਜਦੋਂ ਇਕੱਲਾ ਸੀ ਉਦੋਂ ਪਰਿਵਾਰ ਨਹੀਂ ਸੀ, ਪਰ ਜਦੋਂ ਪਰਮੇਸ਼ਰ ਨੇ ਉਸ ਨੂੰ ਇੱਕ ਔਰਤ ਦੇ ਦਿੱਤੀ ਤੇ ਇੱਕ ਪਰਿਵਾਰ ਬਣ ਗਿਆ। ਔਰ ਕਿੱਥੋਂ ਸ਼ੁਰੂ ਹੁੰਦਾ ਪਰਿਵਾਰ? ਜਦੋਂ ਇੱਕ ਲੜਕਾ ਔਰ ਲੜਕੀ ਦੀ ਸ਼ਾਦੀ ਹੁੰਦੀ ਆ ਤੇ ਉਹ ਪਰਿਵਾਰ ਜਿਹੜਾ ਵਾ ਸ਼ੁਰੂ ਹੋ ਜਾਂਦਾ। ਹਾਲੇਲੂਇਆ, ਸਾਰੇ ਬੋਲੋ ਹਾਲੇਲੂਇਆ। ਹੁਣ ਸਾਡੇ ਵਿੱਚ ਜਿੰਨੇ ਵੀ ਭੈਣ ਭਰਾ ਜਗ੍ਹਾ ਦੇ ਉੱਤੇ ਬੈਠੇ ਨੇ, ਅਸੀਂ ਸਾਰੇ ਚਾਹੁੰਦੇ ਆ ਕਿ ਸਾਡੇ ਜੀਵਨ ਦੇ ਵਿੱਚ ਖੁਦਾ ਦੇ ਵੱਡੇ ਵੱਡੇ ਕੰਮ ਹੋਣ, ਚਮਤਕਾਰ ਕੰਮ ਹੋਣ। ਔਰ ਸਾਡੇ ਵਿੱਚੋਂ ਕਈ ਵਰਤ ਰੱਖ ਕੇ ਦੁਆਵਾਂ ਕਰਦੇ ਨੇ, ਕਈ ਰੋਜ਼ ਦੁਆਵਾਂ ਕਰਦੇ, ਪ੍ਰਭੂ ਮੈਨੂੰ ਫਲਾਣੀ ਚੀਜ਼ ਮਿਲ ਦੇ, ਮੈਨੂੰ ਮੁੰਡਾ ਮਿਲ ਜੇ, ਮੈਂ ਬਾਹਰ ਚਲਾ ਜਾਵਾਂ, ਮੇਰੀ ਕੋਠੀ ਪੈ ਜੇ, ਮੈਨੂੰ ਪਵਿੱਤਰ ਆਤਮਾ ਮਿਲ ਜੇ। ਕਿ ਆਤਮਿਕ ਚੀਜ਼ਾਂ ਮੰਗਣ ਵਾਲੇ ਥੋੜੇ ਨੇ, ਦੁਨਿਆਵੀ ਮੰਗਣ ਵਾਲੇ ਜ਼ਿਆਦੇ ਨੇ। ਔਰ ਅਸੀਂ ਚਾਹੁੰਦੇ ਹਾਂ ਕਿ ਖੁਦਾਵੰਦ ਸਾਡੇ ਜੀਵਨ ਵਿੱਚ ਵੱਡੇ ਵੱਡੇ ਕੰਮ ਕਰੇ, ਚਮਤਕਾਰ ਕੰਮ ਕਰੇ। ਅਸੀਂ ਦੁਆਵਾਂ ਕਰਦੇ ਪਰ ਸਾਡੀਆਂ ਦੁਆਵਾਂ ਸੁਣੀਆਂ ਨਹੀਂ ਜਾਂਦੀਆਂ। ਔਰ ਅੱਜ ਮੈਂ ਤੁਹਾਨੂੰ ਦੱਸਣ ਵਾਲਾ ਵਾਂ ਉਹਦੇ ਲਈ ਸਾਨੂੰ ਕੀ ਕਰਨਾ ਹੋਏਗਾ, ਜਿਹੜੀ ਚੀਜ਼ ਪਰਮੇਸ਼ਰ ਸਾਡੇ ਜੀਵਨ ਤੋਂ ਚਾਹੁੰਦਾ ਵਾ। ਅਗਰ ਅਸੀਂ ਉਸ ਕਲਾਮ ਦੀ ਲਾਈਨ ਦੇ ਉੱਤੇ ਆ ਜਾਈਏ ਤੇ ਸਾਡੇ ਜੀਵਨ ਦੇ ਵਿੱਚ ਪ੍ਰਭੂ ਵੱਡੇ ਵੱਡੇ ਕੰਮ ਕਰੇਗਾ। ਬੋਲਾ ਹਾਲੇਲੂਇਆ। ਔਰ ਸਭ ਤੋਂ ਪਹਿਲਾਂ ਕੁਝ ਵਚਨ ਮੇਰੇ ਨਾਲ ਪੜ੍ਹ ਦਈਏ। ਅਸੀਂ ਪੜਾਂਗੇ ਕਹਾਵਤਾਂ ਦੀ ਕਿਤਾਬ, ਉਸ ਦਾ 14 ਅਧਿਆਇ, ਉਹਦੀ ਪਹਿਲੀ ਆਇਤ। ਕਹਾਵਤਾਂ ਦੀ ਕਿਤਾਬ ਕੋਈ ਜਣਾ ਪੜਦੀ ਹੈ। ਬੁੱਧਵਾਨ ਤੀਵੀ ਤਾਂ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖਣੀ ਆਪਣੇ ਹੀ ਹੱਥੀਂ ਉਹਨੂੰ ਢਾਹ ਦਿੰਦੀ ਹੈ। ਬੋਲੋ ਹਾਲੇਲੂਇਆ। ਇੰਗਲਿਸ਼ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਜਿਹੜੀ ਬੁੱਧਵਾਨ ਤੀਵੀ ਆਪਣਾ ਘਰ ਬਣਾਉਂਦੀ ਆ, ਪਰ ਮੂਰਖਣੀ ਆਪਣੇ ਹੱਥੀਂ ਉਸ ਨੂੰ ਪਾੜ ਦਿੰਦੀ ਆ। ਟੀਅਰਸ ਇਟ ਡਾਊਨ, ਉਹ ਆਪਣੇ ਹੱਥੀਂ ਉਸ ਨੂੰ ਢਾਹ ਦਿੰਦੀ ਹੈ, ਮਤਲਬ ਆਪਣਾ ਘਰ ਜਿਹੜਾ ਪਾੜ ਦਿੰਦੀ। ਇੱਕ ਵਚਨ ਹੋਰ ਪੜਾਂਗੇ ਅਸੀਂ,
ਪਹਿਲਾ ਪਤਰਸ उसका 3 अध्याय। पहला पतरस उसका 3 अध्याय उसकी 7 आयत मैं पढ़ देवांगा, सुनिए सब ध्यान दे नाल। इसी तरह हे पतियो बुद्ध दे अनुसार अपनियां पत्नियां दे नाल वसो अते इस्त्री नूं अपने नालों कोमल शरीर जान के अते ए भी तुसी दोवें जीवन की बख्शिश दे सांझे अधिकारी हो, उसका आदर करे तां जो तुहाडियां प्रार्थनावां रुक ना जान। इस लाइन नूं दोबारा सुन लीए, तां जो तुहाडियां प्रार्थनावां रुक ना जान। हालेलुया, बोलो हालेलुया, जोर से बोले हालेलुया। असीं कहावतां 14 दे आए ਉਹਦੀ ਪਹਿਲੀ ਆयत और पहला पतरस ਉਹਦਾ 3 अध्याय ਉਹਦੀ 7 आयत। कहावतां ਦੇ ਵਿੱਚ ਇੱਕ ਪਤਨੀ ਦੇ ਬਾਰੇ ਦੱਸਿਆ ਗਿਆ ਹੈ ਕਿ ਜਿਹੜੀ ਬੁੱਧਵਾਨ ਪਤਨੀ ਆ ਆਪਣਾ ਘਰ ਬਣਾਉਂਦੀ ਆ ਔਰ ਮੂਰਖਣੀ ਆਪਣੇ ਹੱਥੀ ਉਸ ਨੂੰ ਢਾ ਦਿੰਦੀ ਆ। ਔਰ ਇਹ ਪਤਰਸ ਦੇ ਵਿੱਚ ਲਿਖਿਆ ਹੈ ਕਿ हे ਪਤਿਓ ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਦੇ ਨਾਲ ਵਸੋ। ਹਾਲੇਲੂਇਆ। ਹੁਣ ਦੇਖੋ ਮੈਂ ਤੁਹਾਨੂੰ ਇਹ ਗੱਲ ਸਿਖਾਵਾਂਗਾ कि एक पत्नी और एक पति दोनों ने बुद्ध दे नाल समझ दे नाल खुदा दे राहां दे उत्ते चलना। अज बहुत सारे लोग बंदगियां कर रहे हैं, बहुत सारे लोग भगतियां कर रहे हैं, पर बिना बुद्ध तो संसारक बुद्ध इस्तेमाल करते हैं, लोगों नूं विखाउण दे वास्ते, विखावा है बस। साडे ब्रदर दीपक इत्थे आराधना करके गए ने, मेरी उन्हां दे नाल मुलाकात हुई सी मेहते चौंक दे विच, कन्वेंशन सी एक पैलेस दे विच, और उत्थे मैं ट्रांसलेशन दे लई गया सी, कोई प्रभु दा सेवक उत्थे प्रचार करन दे लई आए सी। मैं जदों उत्थे इन्हां नूं आराधना करदे देखिया, तुसीं देखिया होएगा पहला असीं ज़्यादातर असीं खुद दोने ब्रदर कभी किसी नूं आराधना दे वास्ते बुलाया नहीं सी हैगा, और उत्थे मैं इन्हां नूं देखिया ते सच्ची मुच्ची मैं देख पवित्र आत्मा जिहड़ा सी उन्हें टच किया मैनूं जदों ये आराधना कर रही सी, और इन्हां दी आराधना जिहड़ी सी मेरे दिल नूं छू गई। और मैं फैसला लिया कि मैं इन्हां नूं एक बारी जरूर कलीसिया दे विच बुलावांगा। और फिर असीं नूरपुर दे विच कन्वेंशन की और उत्थे इन्हां नूं पहली बारी बुलाया, और उस तो बाद साडा इन्हां दे नाल काफ़ी संबंध हो गया। और इन्हां दी आराधना दे द्वारा लोग बचते हैं, इन्हां दे कहण दी गल नहीं है। पास्टर पीटर जॉन मिनिस्ट्री इन्हां दे चैनल दे उत्ते भी और साडे चर्च दे चैनल दे उत्ते भी इन्हां दा प्रचार है, इन्हां दे गीत ने, और बहुत सारे फोन जिहड़े ने सानूं आउंदे ने, और कि वेले वो इस तरह कॉल करते हैं कि शायद असी ब्रदर दीपक आ ते असी कह दें असी उन्होंने भरा हाँ, और प्रार्थना करवाते हैं। देखो मेरा प्रचार करना, उन्हों का प्रचार करना जां उन्हों का गाना व्यर्थ वा अगर उहदे विच परमेश्वर की आत्मा नहीं काम कर रही, जे रूहां नहीं बच रही। बोला हालेलुया, सारे बोला हालेलुया। और अज बहुत सारे लोग जिहड़े ने वो जो स्टेज के उत्ते आउंदे ने ते वो अपने आप नूं विखाउण दी कोशिश करते हैं। पिछले दिनों दे विच एक मीटिंग सी, कन्वेंशन सी, ते कोई इस तरह साडा अजीज साडे नाल नाराज हो गया कि स्टेज के उत्ते चढ़ के गाउणा, ते उदों गाउणा जदों सारे लोग आ जाण। भई जदों कल्ले गाउणा उदों किहदे लई गाउणा? हाँ जी, जो असीं गाउने आ, जो कल्ले गाउणा उदों किहदे लई गाउणा? उदों भी परमेश्वर लई गाउणा ना। ते जो लोग आ गए उदों भी किहदे लई गाउणा? परमेश्वर दे लई गाउणा। हालेलुया, हालेलुया। अज बहुत कुछ विखावे दा हो गया, इस कारण साडे जीवन विच परमेश्वर की बरकत नहीं है। मेरे प्यारे अजीजो, एक पति और पत्नी अगर चाहण ते उन्हां दे जीवन दे विच उन्हां दे घर दे विच बरकतां आ सकदियां ने, पीढ़ी दर पीढ़ी उन्हां दे जीवन दे विच आशीषां आ सकदियां ने। अज असीं दुआवां करदे हां
पर मिलता नहीं हैगा। साडियां दुआवां सुनियां ही नहीं जांदियां। असी विश्वास करते हैं प्रभु सब कुछ दिंदा वा, पर जो सानू करना चाहिए असी करते नहीं। और प्रभु की बाणी दे विच असी उस वचन दे विच जावांगे नहीं। प्रभु के कलाम दे विच लिखिया होया है, रोमियो की पत्री उसका 12 दे उसदी 11 आयत नूं तुसीं देख सकते हो। और उत्थे लिखिया है, मेहनत विच ढिले ना होवो ते आत्मा दे विच की रवो सरगर्म। सारे बोलो की रहना, बोलो सारे की रहना, मेहनत विच ढिले, बोलो हालेलुया, सारे बोलो हालेलुया। मैं कहना चाहता वां, जेड़े पति पत्नी जां कोई भी जेड़ा मेहनत विच ढिला ना, जेड़ा मेहनत करके राजी नहीं, जेड़ा सेवा करके राजी नहीं, तो अगे लास्ट विच लिखा प्रभु की सेवा करया करो। जेड़ा सेवा ही करके राजी नहीं, जेड़ा कुछ करके राजी नहीं आ, वो बुद्ध दे नाल नहीं चढ़ना। जिन्नियां मर्जी दुआवां कर लियो, जिन्ने मर्जी रोजे रख लियो, पर जे अपने हत्थां दे नाल कुछ करदा नहीं आ, खुदा दे घर दे विच आण के प्रभु दे लोकां दे लई, ते ओदियां दुआवां जिहड़ियां ने वो व्यर्थ ने। विश्वासियां दा पिता कौन है? बोलो सारे, विश्वासियां दा पिता कौन है? बोलो हालेलुया, हालेलुया। असी उत्पत्ति की किताब दा 18 दे आए, उहदे विच जावांगे। उत्पत्ति की किताब दा 18 दे आए। विश्वासियां दा जिहड़ा पिता है अब्राहम। अज मैं तुहानूं परमेश्वर के कलाम विचों सिखाउण दे लई जा रहा कि बुद्धवान जिहड़े ने वो कौन ने, जिहड़े बुद्धवान पति पत्नी ने वो कौन ने। उन्होंने बार बार खुदा दे अगे एक चीज के लिए दुआ करने की जरूरत नहीं है। परमेश्वर उन्होंने काम देखदा, उन्होंने सेवा देखदा है और उन्होंने जीवन विच बरकत दिंदा। हालेलुया, सारे बोलो हालेलुया। उन्होंने मंगण की जरूरत नहीं है। हाँ जी, उत्पत्ति की किताब उहदा 18 दे और उहदे विचों असीं कुछ वचन देखांगे। इत्थे असीं खुदा दे पाक कलाम दे विचों पढ़दे हां कि अब्राहम जिहड़ा सी गर्मी दी रुत सी और अपने वो घर दे दरवाजे दे कोल खड़ा सी। और जदों अपने दरवाजे दे कोल खड़ा सी तो लिखिया दिन दी धुप दे विच 2 आयत दे विच लिखिया उसने अपनी अखियां चुक के निगाह मारी तां वेखो 3 मनुख वेखे जो दे सामने सन अते उन्हां नूं वेखदे ही वो उन्हां दे मिलण दे लई तंबू दे बूहियों नसिया अते धरती तीक झुकिया। बोलो हालेलुया, सारे बोलो हालेलुया। अब्राहम ने खुदा दे बंदियां नूं जिहड़े कि स्वर्गदूत सन उन्हां नूं आउंदे वेख्या और जदों उन्हें दूरों उन्हां नूं वेख्या दरवाजे कोल खड़िया सी अपने घर दे बाहरले दरवाजे कोल और जदों उन्हां नूं वेख्या ते लिखिया उन्हें की कीता भज्जिया उन्हां दे वल उन्हां नूं मिलण दे लई उन्हां दे वल की कीता भज्जिया ते जाके झुक के उन्हां दा आदर कीता। कई तो पास्टर नूं वेख के आउंदा वेख के ते वो अंदर वड़ जांदे क्यों भला पास्टर सानू कोई काम ना कह दे, बस इहो ही गल हुंदी है क्योंकि तुहानू पता पास्टरां दे काम मुकदे ही नहीं। हाँ जी, उन्हां दे घर कोई भी आ जाए उन्होंने साडे नाल ते इदां ही है। ठीक है, साडे कोल कोई भी आ जाए, साडे कुछ भैन भरा इत्थे बैठे ने उन्होंने पुछ लो, कोई भी आ जाए ना असीं उन्हां नूं दिने टिकण दिंदे ते ना रात। ते कई ते इसे गल्लों भजदे ने कि किते पास्टर सानू कोई काम ना करे। पर अब्राहम जिसनूं असीं विश्वासियां दा पिता कहने आ, जदों उसने प्रभु दे दासां नूं प्रभु दे लोकां नूं आउंदे वेख्या ते भज्जिया लिखिया उन्हां वल। कद लई भज्जिया सी? उन्हां नूं मिलण दे वास्ते कि मैं उन्हां नूं अपने घर विच लै आवां। और वचन दे विच असीं पढ़दे आ कि उसने उन्हां नूं कहा कि आओ थोड़ा जिहा मैं पानी लियाउना, मैं तुहाडे चरण धोना ते इत्थे आराम करो ते थोड़ी जी कहंदा रोटी भी खा के जाओ। और असीं पढ़ांगे नहीं अग्गों लिखिया है कि उन्हां नूं अपने घर विच लाया, उन्हां दे चरण धोते और जाके अपनी पत्नी सारा नूं कहंदा, बड़ी गर्मी सी धुप सी,
ਕਹਿੰਦਾ ਕਿ 3 ਖੁਦਾ ਦੇ ਬੰਦੇ ਆ ਗਏ ਆ ਤੇ ਛੇਤੀ ਛੇਤੀ ਤੂੰ ਹੁਣ ਕੀ ਕਰਦੇ ਉਹਨਾਂ ਦੇ ਲਈ ਖਾਣਾ ਬਣਾ ਦੇ। ਸਾਰਾ ਨੇ ਨਹੀਂ ਕਿਹਾ ਉਤੋਂ ਇੰਨੀ ਗਰਮੀ ਆ ਰੋਟੀ ਤੇ ਆਪਣੇ ਲਈ ਨਹੀਂ ਬਣਦੀ ਤੇ ਤੂੰ ਉਤੋਂ ਪਾਸਟਰਾਂ ਨੂੰ ਬੁਲਾ ਲਿਆ, ਨਾ ਪੁੱਛਿਆ ਨਾ ਗਿੱਛਿਆ। ਕਿਵਲੇ ਕਈ ਲੜਾਈਆਂ ਜਿਹੜੀਆਂ ਘਰ ਦੇ ਵਿੱਚ ਇਦਾਂ ਹੀ ਹੋ ਜਾਂਦੀਆਂ, ਤੁਸੀਂ ਦੱਸ ਤੇ ਦੇਣਾ ਸੀ। ਔਰ ਕੀ ਹੋਇਆ, ਸਾਰਾ ਨੇ ਕੋਈ ਵੀ ਅੱਗਿਓਂ ਜਿੱਦਾਂ ਅਬਰਾਹਾਮ ਨੇ ਕਹਿ ਦਿੱਤਾ, ਸਾਰਾ ਨੇ ਕੀ ਕੀਤਾ, ਲਿਖਿਆ ਉਸਨੇ ਆਖਿਆ ਕਿ 3 ਮਾਪ ਮੈਦੇ ਗੁੰਨ ਕੇ ਫੁਲਕੇ ਪਕਾ ਦੇ। ਔਰ ਅੱਗਿਓਂ ਸਬਜ਼ੀ ਵੀ ਜਿਹੜੀ ਸੀ ਉਹ ਵੀ ਕੋਈ ਮਾੜੀ ਮੋਟੀ ਨਹੀਂ ਸੀ, ਜਿਨ੍ਹਾਂ ਨੇ ਕਲਾਮ ਪੜਿਆ, ਠੀਕ ਹੈ। ਉਹ ਗਿਆ ਔਰ ਲਿਖਿਆ ਜਾ ਕੇ ਉਸਨੇ ਵਾੜੇ ਦੇ ਵਿੱਚੋਂ ਇੱਕ ਜਾਨਵਰ ਲਿਆਂਦਾ, ਕੱਟਿਆ। ਔਰ ਪ੍ਰਭੂ ਦੇ ਲੋਕ ਜਿਹੜੇ ਸੀ, ਜਿਹੜੇ ਬੜੀ ਜਲਦੀ ਦੇ ਅੱਗੇ ਜਾਣ ਵਾਲੇ ਸੀ, ਸ਼ਾਇਦ ਉਹ ਪਰਮੇਸ਼ਰ ਦੇ ਲੋਕਾਂ ਦੀ ਸੇਵਾ ਹੀ ਵੇਖਣ ਵਾਲੇ ਸੀ। ਹਾਲੇਲੂਇਆ, ਸਾਰੇ ਬੋਲੋ ਹਾਲੇਲੂਇਆ। ਔਰ ਉਸ ਗਰਮੀ ਦੇ ਵਿੱਚ ਉਹਨਾਂ ਨੇ ਇੱਕ ਅੱਛਾ ਖਾਣਾ ਉਹਨਾਂ ਸਵਰਗਦੂਤਾਂ ਦੇ ਅੱਗੇ, ਜਿਹੜੇ ਸਵਰਗਦੂਤ ਸੀ ਮਨੁੱਖਾਂ ਦੀ ਸ਼ਕਲ ਦੇ ਵਿੱਚ, ਹਾਲੇਲੂਇਆ, ਉਹਨਾਂ ਨੂੰ ਖਾਣਾ ਖਿਲਾਇਆ। ਅਬਰਾਹਾਮ ਨੇ ਨਾ ਸਾਰਾ ਨੇ ਕੋਈ ਵੀ ਪਰਮੇਸ਼ਰ ਦੇ ਅੱਗੇ ਕੋਈ ਦੁਆ ਨਹੀਂ ਕੀਤੀ ਕਿ ਪਰਮੇਸ਼ਰ ਸਾਨੂੰ, ਉਹਨਾਂ ਦੇ ਘਰ ਦੇ ਵਿੱਚ ਬੱਚਾ ਨਹੀਂ ਸੀ ਹੈਗਾ, ਠੀਕ ਹੈ, ਬੁੱਢੇ ਹੋ ਚੱਲੇ ਸੀ ਉਹ। ਉਹਨਾਂ ਨੇ ਕੁਛ ਨਹੀਂ ਕਿਹਾ ਕਿ ਖੁਦਾਵੰਦ ਸਾਨੂੰ ਬੇਟਾ ਚਾਹੀਦਾ, ਸਾਨੂੰ ਬੈਰੀਆਂ ਦੇ ਤੇ ਜਿੱਤ ਚਾਹੀਦੀ, ਸਾਨੂੰ ਆਦਰ ਚਾਹੀਦਾ, ਸਾਨੂੰ ਧਨ ਦੌਲਤ ਚਾਹੀਦੀ, ਕੁਛ ਵੀ ਉਹਨਾਂ ਨੇ ਪਰਮੇਸ਼ਰ ਦੇ ਕੋਲੋਂ ਮੰਗਿਆ ਨਹੀਂ ਹੈ। ਬੋਲੋ ਹਾਲੇਲੂਇਆ, ਹਾਲੇਲੂਇਆ। ਖਾਣਾ ਖਾਣ ਤੋਂ ਬਾਅਦ ਕੀ ਹੋਇਆ, ਪਰਮੇਸ਼ਰ ਨੇ, ਪਰਮੇਸ਼ਰ ਦੇ ਲੋਕਾਂ ਨੇ ਕੀ ਕਿਹਾ, ਉਹ ਵਚਨ ਨੂੰ ਅਸੀਂ ਪੜ੍ਹ ਲਵਾਂਗੇ। ਹਾਂਜੀ, ਉਤਪਤੀ ਦੀ ਕਿਤਾਬ ਦਾ 18 ਅਧਿਆਇ ਔਰ ਉਸ ਦੀ 9 ਐਤ ਤੋਂ ਕੋਈ ਪੜ੍ਹੀਏ। ਉਹਨਾਂ ਨੇ ਕਿਹਾ ਕਿ ਤੇਰੀ ਪਤਨੀ ਜਿਹੜੀ ਆ ਉਹ ਸਾਰਾ ਕਿੱਥੇ ਆ? ਹਾਂਜੀ, ਉਹ ਤੰਬੂ ਦੇ ਵਿੱਚ ਹੈ। ਕਹਿੰਦਾ ਬਹਾਰ ਦੀ ਰੁੱਤੇ ਤੇਰੇ ਕੋਲ ਮੁੜ ਆਵਾਂਗਾ। ਹਾਂਜੀ, ਤੇਰੀ ਪਤਨੀ ਸਾਰਾ ਤੇਰੇ ਲਈ ਪੁੱਤਰ ਜਣੇਗੀ। ਹਾਂਜੀ, ਬੜੇ ਬੁੱਢੇ ਸੀ। ਹਾਲੇਲੂਇਆ, ਸਭ ਬੋਲੋ ਹਾਲੇਲੂਇਆ। ਮੰਗਿਆ ਉਹਨਾਂ ਨੇ, ਸਾਰਾ ਨੇ, ਅਬਰਾਹਾਮ ਨੇ, ਜਦੋਂ ਰੱਬ ਦੇ ਦਾਸ ਉਹਨਾਂ ਦੇ ਕੋਲ ਆਏ, ਉਹਨਾਂ ਨੇ ਦੁਆਵਾਂ ਕੀਤੀਆਂ, ਪ੍ਰਾਰਥਨਾ ਕੀਤੀਆਂ, ਕੁਝ ਮੰਗਿਆ ਪਰਮੇਸ਼ਰ ਦੇ ਕੋਲੋਂ। ਕੀ ਕੀਤਾ ਉਹਨਾਂ ਨੇ? ਬਸ ਸੇਵਾ ਕੀਤੀ। ਸੇਵਾ ਕੀਤੀ ਤੇ ਆਪਣੇ ਆਪ ਪਰਮੇਸ਼ਰ ਨੇ ਉਹਨਾਂ ਨੂੰ ਕਿਹਾ, ਆਉਂਦੇ ਸਾਲ ਬਸੰਤ ਦੀ ਰੁੱਤੇ ਤੇਰੇ ਘਰ ਦੇ ਵਿੱਚ ਕੀ ਹੋਵੇਗਾ? ਜਿਹੜੇ ਕੰਮ ਤੋਂ ਨਹੀਂ ਭੱਜਦੇ, ਜਿਹੜੇ ਸੇਵਾ ਤੋਂ ਨਹੀਂ ਭੱਜਦੇ। ਦੇਖੋ, ਸੇਵਾ ਕਰਨੀ ਪਰਮੇਸ਼ਰ ਨੇ ਸਾਨੂੰ ਦੱਸੀ ਹੈ, ਪ੍ਰਭੂ ਨੇ ਸਾਨੂੰ ਸਿਖਾਇਆ। ਪ੍ਰਭੂ ਯਿਸੂ ਮਸੀਹ ਨੇ ਖੁਦ ਹੈਕਲ ਦੇ ਵਿੱਚ ਜਾ ਕੇ, ਮੰਦਿਰ ਦੇ ਵਿੱਚ ਜਾ ਕੇ ਪ੍ਰਭੂ ਨੇ ਹੈਕਲ ਨੂੰ ਪਾਕ ਸਾਫ਼ ਕੀਤਾ ਖੁਦ। ਅੱਜ ਕਈ ਵਿਸ਼ਵਾਸੀ, ਉਹਨਾਂ ਨੇ ਸ਼ਾਇਦ ਕਦੀ ਚਰਚ ਦੇ ਚਾਣ ਕੇ ਦਰੀ ਚੁੱਕ ਕੇ ਏਦਾਂ ਝਾੜੀ ਵੀ ਨਹੀਂ। ਉਦਾਂ ਕਹਿੰਦੇ ਸਾਡਾ ਯਿਸੂ, ਸਾਡਾ ਪਰਮੇਸ਼ਰ, ਸਾਡਾ ਚਰਚ, ਸਾਡਾ ਪਾਸਟਰ, ਪਰ ਉਹ ਕਰਕੇ ਕੁਛ ਨਹੀਂ ਰਾਜੀ। ਜਿਹੜੇ ਸੇਵਾ ਕਰਦੇ ਨੇ ਖੁਦ, ਉਹਨਾਂ ਦੇ ਜੀਵਨ ਵਿੱਚ ਪਰਮੇਸ਼ਰ ਦੀਆਂ ਬਰਕਤਾਂ ਹੁੰਦੀਆਂ ਨੇ। ਬੋਲੋ ਹਾਲੇਲੂਇਆ, ਹਾਲੇਲੂਇਆ। ਦੇਖੋ, ਅਸੀਂ ਇਹ ਗੱਲਾਂ ਆਪਣੇ ਪਿਤਾ ਦੇ ਕੋਲੋਂ ਵੀ ਸਿੱਖੀਆਂ ਨੇ। ਇੱਥੇ ਵੀ ਮੈਂ ਦੇਖਿਆ ਵਾ ਪ੍ਰਭੂ ਦੇ ਦਾਸਾਂ ਨੂੰ, ਮੈਂ ਖੁਦ ਵੀ, ਅਸੀਂ ਜੋ ਵੀ ਕਲੀਸਿਆ ਨੂੰ ਕਰਨ ਦੇ ਲਈ ਕਹਿੰਦੇ ਆ, ਅਸੀਂ ਖੁਦ ਉਹਦੇ ਵਿੱਚ ਇਨਵੋਲਵ ਹੁੰਦੇ ਹਾਂ। ਔਰ ਸਾਨੂੰ ਮਜ਼ਾ ਹੀ ਨਹੀਂ ਆਉਂਦਾ ਉਹਨਾਂ ਤੱਕ ਜਿੰਨਾ ਤੱਕ ਅਸੀਂ ਖੁਦ ਵੀ ਕੰਮ ਨਹੀਂ ਕਰ ਲੈਂਦੇ, ਨਾਲ ਸੇਵਾ ਨਹੀਂ ਕਰ ਲੈਂਦੇ। ਔਰ ਇਸੇ ਕਾਰਨ ਪਰਮੇਸ਼ਰ ਨੇ ਸਾਨੂੰ ਵਧਾਇਆ, ਪਰਮੇਸ਼ਰ ਨੇ ਸਾਨੂੰ ਬਰਕਤ ਦਿੱਤੀ ਹੈ। ਔਰ ਕਦੀ ਸ਼ਰਮਾਏ ਨਹੀਂ ਅਸੀਂ ਕੋਈ ਵੀ ਕੰਮ ਕਰਨ ਤੋਂ, ਕਿ ਅੱਜ ਖੁਦਾ ਨੇ ਸਾਨੂੰ ਇੰਨੀ ਕਲੀਸਿਆ ਦੇ ਦਿੱਤੀ, ਕਲੀਸਿਆ ਕੋਲ ਸੇਵਾ ਕਰਾਈਏ। ਪ੍ਰਭੂ, ਜੇ ਪ੍ਰਭੂ ਨੇ ਆਖਿਆ ਮੈਂ ਸੇਵਾ ਕਰਾਉਣ ਨਹੀਂ, ਸੇਵਾ ਕਰਨ ਦੇ ਲਈ ਆਇਆ, ਤੇ ਅਸੀਂ ਤਾਂ ਕੁਝ ਵੀ ਨਹੀਂ ਹੈ। ਬੋਲੋ ਹਾਲੇਲੂਇਆ, ਸਾਰੇ ਬੋਲੋ ਹਾਲੇਲੂਇਆ।
ਇਸ ਲਈ ਜਦੋਂ ਸਾਨੂੰ ਮੌਕਾ ਮਿਲਦਾ ਹੈ ਸੇਵਾ ਤੋਂ ਪਿੱਛੇ ਨਹੀਂ ਹਟਣਾ। ਜੇ ਅਸੀਂ ਆਪਣੇ ਜੀਵਨ ਵਿੱਚ ਇੱਕ ਪਤੀ ਪਤਨੀ ਆਪਣੇ ਜੀਵਨ ਵਿੱਚ ਚਮਤਕਾਰ ਦੇਖਣਾ ਚਾਹੁੰਦੇ ਨੇ, ਆਪਣੇ ਜੀਵਨ ਵਿੱਚ ਪਰਮੇਸ਼ਰ ਦੀਆਂ ਬਰਕਤਾਂ ਨੂੰ ਦੇਖਣਾ ਚਾਹੁੰਦੇ ਨੇ, ਤੇ ਸਾਨੂੰ ਕਦੇ ਵੀ ਪ੍ਰਭੂ ਦੀ ਸੇਵਾ ਤੋਂ ਪਿੱਛੇ ਨਹੀਂ ਹਟਣਾ ਚਾਹੁੰਦਾ। ਹਾਂ ਠੀਕ ਹੈ, ਅਸੀਂ ਦੁਆਵਾਂ ਕਰਦੇ ਹਾਂ, ਅਸੀਂ ਵਰਤ ਰੱਖਦੇ ਹਾਂ, ਪਰ ਉਹਦਾ ਫਲ ਤਾਂ ਹੀ ਸਾਨੂੰ ਮਿਲੇਗਾ ਜੇ ਅਸੀਂ ਖੁਦ ਵੀ ਕੁਝ ਕਰਕੇ ਰਾਜੀ ਹਾਂ। ਬੋਲੋ ਹਾਲੇਲੂਇਆ, ਸਾਰੇ ਬੋਲੋ ਹਾਲੇਲੂਇਆ। ਦੂਸਰਾ ਅਸੀਂ ਉਦਾਹਰਣ ਜਿਹੜੀ ਆ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੂਸਰਾ ਰਾਜਾ ਉਹਦਾ 4 ਅਧਿਆਇ ਉਹਦੀ 8 ਐਤ ਨੂੰ ਜਦ ਅਸੀਂ ਪੜ੍ਹਦੇ ਹਾਂ, ਉੱਥੇ ਅਸੀਂ ਦੇਖਦੇ ਹਾਂ, ਅਸੀਂ ਉਸ ਵਚਨ ਨੂੰ ਪੜਾਂਗੇ ਨਹੀਂ, ਜਸਟ ਤੁਸੀਂ ਆਪਣੀ ਬਾਈਬਲ ਦੇ ਵਿੱਚੋਂ ਦੇਖ ਸਕਦੇ ਹੋ ਕਿ ਉੱਥੇ ਇੱਕ ਸੁਨਮੀ ਤੀਵੀ ਆ, ਔਰ ਅਲੀਸ਼ਾ ਜਿਹੜਾ ਸੀ ਉਹਨਾਂ ਦੇ ਸੁਨੇਮ ਦੇ ਨਗਰ ਦੇ ਵਿੱਚੋਂ ਦੀ ਲੰਘ ਕੇ ਜਾਂਦਾ ਹੁੰਦਾ ਸੀ, ਤੇ ਉਹਨੇ ਦੇਖਿਆ ਕਿ ਇੱਕ ਵਿਅਕਤੀ ਜਿਹੜਾ ਸਾਡੇ ਘਰ ਦੇ ਲਾਗੋਂ ਦੀ ਲੰਘ ਕੇ ਜਾਂਦਾ, ਔਰ ਉਹਨੇ ਵੇਖ ਕੇ ਤੇ ਉਹਨੇ ਪਛਾਣ ਲਿਆ ਕਿ ਇਹ ਪਰਮੇਸ਼ਰ ਦਾ ਕੋਈ ਸੇਵਕ ਹੈ। ਔਰ ਉਹਨੇ ਕੀ ਕੀਤਾ, ਇੱਕ ਦਿਨ ਪਰਮੇਸ਼ਰ ਦੇ ਦਾਸ ਨੂੰ ਉੱਥੇ ਵਚਨ ਦੇ ਵਿੱਚ ਸਾਫ਼ ਲਿਖਿਆ ਹੈ ਮਜਬੂਰ ਕੀਤਾ ਕਿ ਉਹ ਸਾਡੇ ਘਰ ਦੇ ਵਿੱਚ ਆਣ ਕੇ ਖਾਣਾ ਖਾਵੇ। ਔਰ ਪ੍ਰਭੂ ਦਾ ਦਾਸ ਉੱਥੇ ਆ ਗਿਆ, ਉਹਨੇ ਖਾਣਾ ਖਾਦਾ, ਔਰ ਫਿਰ ਉਹ ਜਦੋਂ ਵੀ ਲਿਖਿਆ ਉਧਰ ਦੀ ਲੰਘਦਾ ਸੀ ਤੇ ਖਾਣਾ ਖਾਣ ਦੇ ਲਈ ਉੱਥੇ ਰੁਕ ਪੈਂਦਾ ਸੀ। ਧਿਆਨ ਦੇ ਨਾਲ ਸੁਣਨਾ, ਬੋਲੇ ਹਾਲੇਲੂਇਆ। ਇੱਕ ਦਿਨ ਉਹ ਆਪਣੇ ਪਤੀ ਦੇ ਨਾਲ ਗੱਲਬਾਤ ਕਰਦੀ ਆ, ਕਹਿੰਦੀ ਕਿ ਪਰਮੇਸ਼ਰ ਦਾ ਜਨ ਸਾਡੇ ਲਾਗੋਂ ਦੀ ਲੰਘ ਕੇ ਜਾਂਦਾ, ਤੇ ਕਿਉਂ ਨਾ ਅਸੀਂ ਆਪਣੇ ਆ ਕਮਰੇ ਦੇ ਉੱਤੇ ਇੱਕ ਕਮਰਾ ਬਣਾ ਦਈਏ, ਔਰ ਉਹ ਸਪੈਸ਼ਲ ਕਮਰਾ ਜਿਹੜਾ ਵਾ ਕਿਹਦੇ ਲਈ ਹੋਵੇ, ਖੁਦਾ ਦੇ ਦਾਸ ਦੇ ਵਾਸਤੇ ਵੱਖਰਾ ਹੀ ਕਮਰਾ ਹੋਵੇ, ਔਰ ਉੱਥੇ ਮੰਜਾ ਮੇਜ਼ ਕੁਰਸੀ ਜੋ ਵੀ ਚੀਜ਼ਾਂ ਚਾਹੀਦੀਆਂ ਸੀ ਉਹਨਾਂ ਨੇ ਉੱਥੇ ਰੱਖ ਦਿੱਤੀਆਂ। ਔਰ ਉਹਨੇ ਜਦੋਂ ਆਪਣੇ ਪਤੀ ਦੇ ਨਾਲ ਸਲਾਹ ਕੀਤੀ ਤਾਂ ਉਹਦਾ ਪਤੀ ਵੀ ਜਿਹੜਾ ਸੀ ਉਹ ਰਾਜੀ ਹੋ ਗਿਆ, ਔਰ ਉਹਨਾਂ ਨੇ ਇੱਕ ਕਮਰਾ ਬਣਾ ਲਿਆ। ਹੁਣ ਪ੍ਰਭੂ ਦਾ ਦਾਸ ਜਿਹੜਾ ਸੀ ਜਦੋਂ ਵੀ ਉਧਰ ਦੀ ਲੰਘਦਾ ਹੁੰਦਾ ਸੀ, ਉਹ ਕਮਰਾ ਜਿਹੜਾ ਸੀ ਉਹਨਾਂ ਨੇ ਉਹਨੂੰ ਦੇ ਦਿੱਤਾ ਸੀ, ਉੱਥੇ ਜਾ ਕੇ ਤੇ ਆਰਾਮ ਕਰਦਾ ਸੀ। ਇੱਕ ਦਿਨ ਉਹ ਕਮਰੇ ਦੇ ਵਿੱਚ ਲੰਮਾ ਪਿਆ ਔਰ ਆਪਣੇ ਬਾਲਕੇ ਨੂੰ ਕਹਿੰਦਾ ਕਿ ਇਸ ਔਰਤ ਨੇ ਸਾਡੇ ਲਈ ਇੰਨਾ ਕੁਝ ਕੀਤਾ ਵਾ, ਸਾਨੂੰ ਖਾਣਾ ਖਿਲਾਉਂਦੇ ਨੇ, ਕਮਰਾ ਬਣਾ ਦਿੱਤਾ, ਤੇ ਸਾਨੂੰ ਵੀ ਕੁਝ ਕਰਨਾ ਚਾਹੀਦਾ ਇਹਨਾਂ ਦੇ ਵਾਸਤੇ। ਪ੍ਰਭੂ ਦਾ ਦਾਸ ਮਜਬੂਰ ਹੋ ਗਿਆ ਉਸ ਘਰ ਦੇ ਲਈ, ਉਸ ਘਰ ਨੂੰ ਬਰਕਤ ਦੇਣ ਦੇ ਵਾਸਤੇ। ਬੋਲਾ ਹਾਲੇਲੂਇਆ, ਸਾਰੇ ਬੋਲਾ ਹਾਲੇਲੂਇਆ। ਦੇਖੋ ਜਿਹੜੇ ਖੁਦਾਵੰਦ ਦੇ ਸੱਚੇ ਦਾਸ ਆ ਨਾ, ਉਹ ਜੋ ਕੁਝ ਕਹਿ ਦੇਣ ਨਾ ਉਹ ਹੋ ਜਾਂਦਾ। ਕੇਵਲ ਕੁਝ ਗੱਲਾਂ ਪਰਮੇਸ਼ਰ ਕਹਿੰਦਾ ਵਾ ਤੇ ਪਰਮੇਸ਼ਰ ਦੇ ਦਾਸ ਬੋਲਦੇ ਨੇ, ਪਰ ਪਰਮੇਸ਼ਰ ਦੇ ਦਾਸ ਜੋ ਮੂੰਹ ਦੇ ਵਿੱਚੋਂ ਬੋਲ ਦਿੰਦੇ ਨੇ ਉਹ ਹੋ ਜਾਂਦਾ ਹੈ, ਕਿਉਂਕਿ ਪਰਮੇਸ਼ਰ ਵੀ ਦੇਖਦਾ ਮੇਰੇ ਦਾਸ ਨੇ ਬੋਲ ਦਿੱਤਾ ਤੇ ਮੈਂ ਇਸ ਨੂੰ ਪੂਰਾ ਕਰਨਾ। ਔਰ ਕੀ ਹੋਇਆ ਕਿ ਪਰਮੇਸ਼ਰ ਦੇ ਦਾਸ ਨੇ ਉਹਨੂੰ ਆਪਣੇ ਬਾਲਕੇ ਗੇਹਜੀ ਨੂੰ ਪੁੱਛਿਆ ਕਿ ਕੀ ਚਾਹੀਦਾ ਹੈ, ਤੇ ਅਸੀਂ ਰਾਜੇ ਕੋਲੇ ਦੀ ਫਰਮਾਇਸ਼ ਕਰੀਏ, ਕਿਉਂਕਿ ਨਬੀਆਂ ਦੀ ਜਿਹੜੀ ਸੀ ਉਹ ਰਾਜਿਆਂ ਤੱਕ ਵੀ ਚੱਲਦੀ ਹੁੰਦੀ ਸੀ। ਜਿੱਦਾਂ ਅੱਜ ਕੱਲ ਕਈ ਪਾਸਟਰਾਂ ਦੀ ਜਿਹੜੀ ਆ ਪਹੁੰਚ ਜਿਹੜੀ ਆ MLA ਤੱਕ, ਹਨਾ, ਮੰਤਰੀਆਂ ਤੱਕ ਹੁੰਦੀ, ਪਰ ਅਸੀਂ ਇਸ ਕਰਕੇ ਪ੍ਰਭੂ ਦੇ ਦਾਸਾਂ ਦੇ ਪਿੱਛੇ ਨਹੀਂ ਚੱਲਣਾ ਵੀ ਉਹਨਾਂ ਦੀ ਪਹੁੰਚ ਬੜੀ ਦੂਰ ਤੱਕ ਆ। ਇਸ ਕਰਕੇ ਖੁਦਾਵੰਦ ਦੇ ਦਾਸਾਂ ਦੇ ਪਿੱਛੇ ਚੱਲੀਏ, ਉਹਨਾਂ ਦੀ ਆਗਿਆਕਾਰੀ ਕਰੀਏ ਕਿ ਉਹਨਾਂ ਦੀ ਪਹੁੰਚ ਪਰਮੇਸ਼ਰ ਤੱਕ ਹੈ। ਬੋਲਾ ਹਾਲੇਲੂਇਆ, ਸਾਰੇ ਬੋਲਾ ਹਾਲੇਲੂਇਆ। ਔਰ ਅਸੀਂ ਵਚਨ ਦੇ ਵਿੱਚੋਂ ਪੜ੍ਹਦੇ ਹਾਂ, ਉਹਦੇ ਚੇਲੇ ਨੇ ਉਸਨੂੰ ਆਖਿਆ ਕਿ ਇਹਨਾਂ ਦੇ ਘਰ ਦੇ ਵਿੱਚ ਬੱਚਾ ਨਹੀਂ ਹੈਗਾ, ਬੱਚਾ ਨਹੀਂ ਹੈਗਾ ਇਹਨਾਂ ਦੇ ਘਰ ਦੇ ਵਿੱਚ। ਔਰ ਪ੍ਰਭੂ ਦੇ ਦਾਸ ਨੇ ਉਸਨੂੰ ਆਖਿਆ ਉਹਨੂੰ ਬੁਲਾ, ਔਰ ਇੱਥੇ ਵੀ ਲਿਖਿਆ ਬਸੰਤ ਦੀ ਰੁੱਤੇ ਉਹਨੇ ਉਸਨੂੰ ਬੁਲਾਇਆ ਤੇ ਉਸਨੂੰ ਆਖਿਆ, ਦੇਖੋ ਵਿਸ਼ਵਾਸ ਸਾਰਾ ਤੇ ਅਬਰਾਹਮ ਨੇ ਵੀ ਨਹੀਂ ਕੀਤਾ। ਜਦੋਂ ਉਹਨਾਂ ਨੂੰ ਆਖਿਆ ਗਿਆ ਕਿ ਤੁਹਾਡੇ ਘਰ ਦੇ ਵਿੱਚ ਬੱਚਾ ਹੋਏਗਾ, ਉਹਨਾਂ ਨੇ ਵੀ ਵਿਸ਼ਵਾਸ ਨਹੀਂ ਕੀਤਾ। ਮੇਰੇ ਪਿਆਰੇ ਅਜ਼ੀਜ਼ੋ, ਅੱਜ ਬਹੁਤ ਸਾਰੇ ਲੋਕ ਕਹਿੰਦੇ ਅਸੀਂ ਖੁਦਾਵੰਦ ਨੂੰ ਵਿਸ਼ਵਾਸ ਕਰਦੇ ਹਾਂ ਤੁਹਾਡੇ ਤੇ, ਤੁਸੀਂ ਵੱਡੇ ਵੱਡੇ ਚਮਤਕਾਰ ਕੰਮ ਕਰਦੇ ਹੋ, ਸਾਨੂੰ ਆ ਫਲਾਣੀ ਚੀਜ਼ ਦੇ ਦਿਓ। ਅਸੀਂ ਕਹਿੰਦੇ ਵੀ ਰਹਿੰਦੇ, ਫਿਰ ਵੀ ਸਾਨੂੰ ਮਿਲਦਾ। ਉਹਨਾਂ ਵਿਸ਼ਵਾਸ ਵੀ ਨਹੀਂ ਕੀਤਾ। ਜਦੋਂ ਕਹਿ ਦਿੱਤਾ ਨਾ ਪਰਮੇਸ਼ਰ ਨੇ ਵੀ ਆਹ ਤੁਹਾਡੇ ਲਈ ਹੋ ਜਾਏਗਾ, ਪ੍ਰਭੂ ਨੇ ਉਹ ਵਿਸ਼ਵਾਸ ਨਹੀਂ ਕਰ ਰਹੇ, ਫਿਰ ਵੀ ਪਰਮੇਸ਼ਰ ਨੇ ਉਹਨਾਂ ਨੂੰ ਦੇ ਦਿੱਤਾ, ਕਿਉਂਕਿ ਖੁਦਾ ਨੇ ਉਹਨਾਂ ਦੀ ਸੇਵਾ ਵੇਖੀ। ਬੋਲਾ ਹਾਲੇਲੂਇਆ, ਸਾਰੇ ਬੋਲਾ ਹਾਲੇਲੂਇਆ। ਸੁਨਮੀ ਤੀਵੀ ਔਰ ਉਹਦੇ ਪਤੀ ਦੀ ਸੇਵਾ ਨੂੰ ਵੇਖ ਕੇ ਪ੍ਰਭੂ ਦੇ ਦਾਸ ਨੇ ਉਹਨਾਂ ਨੂੰ ਆਖਿਆ ਕਿ ਆਉਂਦੀ ਬਸੰਤ ਦੀ ਰੁੱਤੇ ਤੁਹਾਡੇ ਘਰ ਦੇ ਵਿੱਚ ਬੇਟਾ ਹੋਏਗਾ। ਵਿਸ਼ਵਾਸ ਉਹ ਵੀ ਨਹੀਂ ਕਰ ਰਹੇ, ਕਹਿੰਦੇ ਸਾਨੂੰ ਜ਼ਰੂਰਤ ਨਹੀਂ ਹੈ, ਪਰ ਪ੍ਰਭੂ ਦੇ ਦਾਸ ਨੇ ਬੋਲ ਦਿੱਤਾ
ਤੇ ਉਹ ਵਚਨ ਜਿਹੜਾ ਸੀ ਇਹਨਾਂ ਦੋਨਾਂ ਦੀ ਜ਼ਿੰਦਗੀ ਦੇ ਅੰਦਰ ਪੂਰਾ। ਹਾਲੇਲੂਇਆ। ਕਿਤੋਂ ਅਸੀਂ ਉਸ ਵਚਨ ਦੇ ਚੋਂ, ਮੈਂ ਤੁਹਾਨੂੰ ਰੈਫਰੈਂਸ ਬੋਲਿਆ ਹੈ, ਕਿਤੋਂ ਵੀ ਅਸੀਂ ਪੜ੍ਹਦੇ ਨਹੀਂ ਆ ਕਿ ਸੁਨੁਮੀ ਤੀਵੀ ਨੇ ਔਰ ਉਹਦੇ ਪਤੀ ਨੇ ਅਲੀਸ਼ਾ ਨੂੰ ਜਾ ਕੇ ਕਿਹਾ ਹੋਵੇ ਵੀ ਸਾਡੇ ਘਰ ਵਿੱਚ ਕੋਈ ਔਲਾਦ ਨਹੀਂ, ਅਸੀਂ ਤੁਹਾਡੀ ਖਾਣਾ ਖਿਲਾਇਆ, ਅਸੀਂ ਤੁਹਾਡੇ ਲਈ ਕਮਰਾ ਬਣਾਇਆ, ਤੁਸੀਂ ਸਾਡੇ ਲਈ ਕਿਤੇ ਦੁਆ ਕਰ ਦਿਓ ਕਿ ਸਾਡੇ ਘਰ ਦੇ ਵਿੱਚ ਔਲਾਦ। ਕਿਤੇ ਕਿਹਾ ਉਹਨਾਂ ਨੇ? ਬੋਲੋ, ਪਵਿੱਤਰ ਬਾਈਬਲ ਦੇ ਵਿੱਚੋਂ ਪੜ੍ਹ ਕੇ ਦੇਖਣਾ, ਕਿਤੇ ਵੀ ਉਹਨਾਂ ਨੇ ਇਹ ਗੱਲ ਨਹੀਂ ਕਹੀ। ਪਰ ਪਰਮੇਸ਼ਰ ਨੇ ਖੁਦ ਆਪ ਆਪਣੇ ਦਾਸ ਅਲੀਸ਼ਾ ਦੇ ਰਾਹੀਂ ਬੋਲਿਆ ਕਿ ਤੁਹਾਡੇ ਘਰ ਦੇ ਵਿੱਚ ਕੀ ਹੋਵੇਗੀ? ਇਹ ਆਸ਼ੀਸ਼ ਆ ਜਾਏਗੀ। ਬੋਲੋ ਹਾਲੇਲੂਇਆ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅਗਰ ਅਸੀਂ ਸੇਵਾ ਤਨ ਮਨ ਦੇ ਨਾਲ ਕਰਦੇ ਨਾ ਪਰਮੇਸ਼ਰ ਦੇ ਲੋਕਾਂ ਦੀ, ਖੁਦਾ ਦੇ ਦਾਸਾਂ ਦੀ, ਤੇ ਸਾਨੂੰ ਜ਼ਿਆਦਾ ਪ੍ਰਭੂ ਦੇ ਅੱਗੇ ਰੋਣ ਦੀ ਜ਼ਰੂਰਤ ਨਹੀਂ ਹੈ, ਜ਼ਿਆਦਾ ਬਾਰ-ਬਾਰ ਮੰਗਣ ਦੀ ਜ਼ਰੂਰਤ ਨਹੀਂ ਹੈ। ਅੱਜ ਕਈ ਲੋਕ ਚਰਚ ਬਦਲਦੇ ਰਹਿੰਦੇ ਨੇ, ਅੱਜ ਇੱਥੇ ਨਹੀਂ ਕੁਛ ਮਿਲਿਆ ਤੇ ਦੂਸਰੀ ਜਗ੍ਹਾ ਤੇ ਚਲੇ ਜਾਓ। ਅਯੂਬ ਜਿਹੜਾ ਸੀ ਉਹ ਲੱਖਾਂਪਤੀ ਸੀ, ਕਰੋੜਪਤੀ ਸੀ, ਖਾਕ 'ਚ ਚਲ ਗਿਆ ਇੱਕ ਦਿਨ, ਪਰ ਉਹਨੇ ਪਰਮੇਸ਼ਰ ਨੂੰ ਤਿਆਗਿਆ ਨਹੀਂ। ਅੱਜ ਮਾੜੀ ਜੀ ਕਿਸੇ ਦੀ ਸਿਰ ਦਰਦ ਨਹੀਂ ਹਟਦੀ ਤੇ ਉਹ ਚਰਚ ਬਦਲ ਲੈਂਦਾ, ਪਾਸਟਰ ਬਦਲਣੇ ਸ਼ੁਰੂ ਕਰ ਦਿੰਦੇ ਨੇ। ਉਹ ਕਹਿੰਦੇ ਮੰਡਿਆਲਿਓ ਆਰਾਮ ਨਹੀਂ ਆਉਣਾ, ਚਲੋ ਹੁਣ ਕਿਤੇ ਦੂਰ ਚਲੀਏ। ਹਾਂਜੀ, ਵਫਾਦਾਰ ਨਹੀਂ ਹੈ ਪਰਮੇਸ਼ਰ ਦੇ ਨਾਲ, ਖੁਦਾਵੰਦ ਦੇ ਨਾਲ ਵਫਾਦਾਰ ਨਹੀਂ ਹੈ, ਤੇ ਸਾਨੂੰ ਬਰਕਤ ਕਿੱਥੋਂ ਮਿਲੇ? ਬਰਕਤ ਸਾਨੂੰ ਇਸ ਤਰ੍ਹਾਂ ਨਹੀਂ ਮਿਲਣੀ। ਬੋਲਾ ਹਾਲੇਲੂਇਆ। ਸਾਰੇ ਬੋਲਾ ਹਾਲੇਲੂਇਆ। ਪਰਮੇਸ਼ਰ ਦੇ ਕੋਲੋਂ ਆਸ਼ੀਸ਼ ਸਾਨੂੰ ਮਿਲਣੀ ਹੈ। ਸਾਡੀ ਸੇਵਾ, ਪ੍ਰਭੂ ਸਾਡਾ ਜੀਵਨ ਦੇਖਦਾ ਕਿ ਅਸੀਂ ਕਿੰਨਾ ਪਰਮੇਸ਼ਰ ਦੀ ਸੇਵਾ ਦੇ ਵਿੱਚ ਤਨ ਮਨ ਦੇ ਨਾਲ ਉਹਦੀ ਸੇਵਾ। ਪ੍ਰਭੂ ਦੀ ਬਾਣੀ ਦੇ ਵਿੱਚ ਲਿਖਿਆ, ਸੰਤਾਂ ਦੇ ਲੋੜਾਂ ਦੇ ਕੀ ਬਣੋ। ਕਿ ਸਾਨੂੰ ਪਤਾ ਕਿ ਸੰਤਾਂ ਦੀਆਂ ਜ਼ਰੂਰਤਾਂ ਕੀ ਨੇ? ਪਤਾ ਹੋਣਾ ਚਾਹੀਦਾ ਤੇ ਫੇਰ ਹੀ ਸਾਂਝੀ ਬਣਾਂਗੇ ਨਾ। ਪਰ ਕਈ ਆਪਣੀਆਂ ਲੋੜਾਂ ਦੱਸਦੇ ਰਹਿੰਦੇ, ਪਾਸਟਰ ਜੀ ਸਾਡੀ ਆਹ ਲੋੜ ਆ ਦੁਆ ਕਰ ਦਿਓ, ਸਾਡੀ ਆਹ ਲੋੜ ਆ ਦੁਆ ਕਰ ਦਿਓ, ਸਾਡੀ ਆਹ ਲੋੜ ਆ ਦੁਆ ਕਰ ਦਿਓ। ਕਦੀ ਪਾਸਟਰ ਨੂੰ ਪੁੱਛਿਆ ਤੁਹਾਡੀ ਕੀ ਲੋੜ ਹੈ? ਜਦੋਂ ਅਸੀਂ ਉਹਨਾਂ ਦੀਆਂ ਲੋੜਾਂ ਦੇ ਸਾਂਝੀ ਬਣਾਂਗੇ ਤੇ ਪਰਮੇਸ਼ਰ ਸਾਡੀਆਂ ਜ਼ਰੂਰਤਾਂ ਆਪਣੇ ਆਪ ਪੂਰੀਆਂ ਕਰ ਦੇਵੇਗਾ। ਬੋਲੋ ਹਾਲੇਲੂਇਆ। ਹਾਲੇਲੂਇਆ। ਸੁਨੁਮੀ ਤੀਵੀ ਨੂੰ ਔਰ ਉਹਦੇ ਪਤੀ ਨੂੰ ਹਾੜੇ ਕੱਢ ਕੇ ਖੁਦਾ ਦੇ ਅੱਗੇ ਦੁਆਵਾਂ ਨਹੀਂ ਕਰਨੀਆਂ ਪਈਆਂ ਵੀ ਸਾਡੇ ਘਰ ਦੇ ਵਿੱਚ ਔਲਾਦ ਹੋਵੇ। ਔਰ ਕਲਾਮ ਦੇ ਵਿੱਚ ਅਸੀਂ ਪੜ੍ਹਦੇ ਹਾਂ, ਬਿਨਾਂ ਮੰਗਿਆ ਅਬਰਾਹਾਮ ਨੂੰ ਵੀ ਮਿਲ ਗਿਆ ਔਰ ਬਿਨਾਂ ਮੰਗਿਆ ਸੁਨੁਮੀ ਤੀਵੀ ਨੂੰ ਵੀ ਮਿਲ ਗਿਆ। ਬੋਲੋ ਹਾਲੇਲੂਇਆ। ਕਿਉਂਕਿ ਖੁਦਾ ਨੇ ਉਹਨਾਂ ਦੀ ਕੀ ਵੇਖੀ? ਬੋਲੋ ਸੇਵਾ ਵੇਖੀ। ਬੋਲੋ ਹਾਲੇਲੂਇਆ। ਸਾਰੇ ਬੋਲੋ ਹਾਲੇਲੂਇਆ। ਔਰ ਅਸੀਂ ਪ੍ਰਭੂ ਦੇ ਕਲਾਮ ਦੇ ਵਿੱਚੋਂ ਪੜ੍ਹਦੇ ਹਾਂ ਕਿ ਪਤਰਸ ਦੇ ਬਾਰੇ, ਜਿਹੜਾ ਪ੍ਰਭੂ ਯਿਸੂ ਮਸੀਹ ਦਾ ਚੇਲਾ ਸੀ, ਪ੍ਰਭੂ ਦੀ ਮੁਲਾਕਾਤ ਜਦੋਂ ਇੱਕ ਝੀਲ ਦੇ ਕੰਢੇ ਤੇ ਉਹਦੇ ਨਾਲ ਹੋਈ, ਤੇ ਅਸੀਂ ਵਚਨ ਦੇ ਵਿੱਚੋਂ ਪੜ੍ਹਦੇ ਹਾਂ ਕਿ ਪਤਰਸ ਜਿਹੜਾ ਸੀ ਉਹ ਇੱਕ ਮਛੁਆਰਾ ਸੀ, ਤੇ ਉਹ ਕੀ ਕਰ ਰਿਹਾ ਸੀ? ਜਾਲ ਧੋ ਰਿਹਾ ਸੀ। ਆਪਣਾ ਜਾਲ ਕੀ ਕਰ ਰਿਹਾ ਸੀ? ਧੋ ਰਿਹਾ ਸੀ। ਸੁਬਾਹ ਪ੍ਰਭੂ ਉੱਥੇ ਗਏ, ਬੜੀ ਭੀੜ ਪ੍ਰਭੂ ਦੇ ਪਿੱਛੇ ਆ, ਤੇ ਪ੍ਰਭੂ ਉਸ ਨੂੰ ਕਹਿੰਦੇ ਮੈਨੂੰ ਤੇਰੀ ਕਿਸ਼ਤੀ ਚਾਹੀਦੀ ਹੈ। ਕੀ ਚਾਹੀਦੀ ਹੈ ਮੈਨੂੰ ਤੇਰੀ? ਬੋਲਾ ਹਾਲੇਲੂਇਆ। ਪਤਰਸ ਸਾਰੀ ਰਾਤ ਕੀ ਕਰ ਰਿਹਾ ਸੀ? ਮਛਲੀਆਂ ਪਕੜ ਰਿਹਾ ਸੀ। ਕਿੱਥੇ ਭਲਾ? ਸਮੁੰਦਰ ਦੇ ਵਿੱਚ। ਕਦੀ ਵਿਚਾਰਾ ਜਾਲ ਇੱਧਰ ਪਾਉਂਦਾ, ਕਦੀ ਜਾਲ ਉੱਧਰ ਪਾਉਂਦਾ, ਕਦੀ ਉੱਧਰ ਪਾਉਂਦਾ, ਕੋਈ ਵੀ ਮਛਲੀ ਨਹੀਂ ਆ ਰਹੀ। ਪਰੇਸ਼ਾਨ ਹੋ ਗਿਆ, ਦੁਖੀ ਹੋ ਗਿਆ। ਇੱਕ ਤੇ ਤੁਸੀਂ ਕੰਮ ਕੀਤਾ ਹੋਵੇ ਤੇ ਉਹਦੇ ਵਿੱਚ ਕਾਮਯਾਬੀ ਮਿਲੇ, ਤੁਸੀਂ ਖੁਸ਼ ਹੋਵੋਗੇ। ਜਦੋਂ ਤੁਸੀਂ ਮਤਲਬ ਮਿਹਨਤ ਕਰ ਰਹੇ ਹੋ, ਤੁਸੀਂ ਅਸਫਲ ਹੁੰਦੇ ਜਾ ਰਹੇ ਹੋ, ਤੇ ਤੁਹਾਨੂੰ ਗੁੱਸਾ ਚੜੇਗਾ, ਔਰ ਫਿਰ ਅਸੀਂ ਪਰੇਸ਼ਾਨ ਦੁਖੀ ਹੋ ਜਾਂਦੇ, ਟੈਨਸ਼ਨ ਦੇ ਚ ਆ ਜਾਂਦੇ ਆ। ਤਾਂ ਆਉਂਦਿਆਂ ਹੀ ਪ੍ਰਭੂ ਨੇ ਆਣ ਕੇ ਉਹਨੂੰ ਆਖਿਆ ਮੈਨੂੰ ਤੇਰੀ ਕਿਸ਼ਤੀ ਦੀ ਜ਼ਰੂਰਤ ਹੈ। ਤੇ ਲਿਖਿਆ ਪ੍ਰਭੂ ਦੀ ਬਾਣੀ ਵਿੱਚ ਪਤਰਸ ਨੇ ਮਨਾ ਨਹੀਂ ਕੀਤਾ, ਆਪਣੀ ਕਿਸ਼ਤੀ ਜਿਹੜੀ ਸੀ ਉਹ ਪ੍ਰਭੂ ਨੂੰ ਦੇ ਦਿੱਤੀ। ਤੇ ਪ੍ਰਭੂ ਨੇ ਉੱਥੇ ਖਲੋ ਕੇ ਕੀ ਕੀਤਾ? ਤੇ ਪਤਰਸ ਆਪ ਉਸ ਕਿਸ਼ਤੀ ਦੇ ਵਿੱਚ ਬੈਠ ਗਿਆ ਤੇ ਪ੍ਰਭੂ ਦਾ ਪ੍ਰਚਾਰ, ਥੋੜਾ ਟਾਈਮ ਪ੍ਰਭੂ ਨੇ ਪ੍ਰਚਾਰ ਕੀਤਾ। ਉਸ ਤੋਂ ਬਾਅਦ ਪ੍ਰਭੂ ਨੇ ਭਲਾ ਪਤਰਸ ਨੂੰ ਕੀ ਕਿਹਾ ਸੀ? ਕੋਈ ਦੱਸ ਸਕਦਾ? ਕੋਈ ਦੱਸ ਸਕਦਾ ਪਤਰਸ ਨੂੰ ਪ੍ਰਭੂ ਨੇ ਕੀ ਕਿਹਾ ਸੀ? ਡੂੰਘੇ ਪਾਣੀ ਵਿੱਚ ਜਾ ਕੇ ਤੇ ਕੀ ਕਰ? ਜਾਲ ਪਾ। ਹਾਲੇਲੂਇਆ। ਸਾਰੇ ਬੋਲੋ ਹਾਲੇਲੂਇਆ। ਲੂਕਾ ਦੀ ਅੰਜੀਲ ਉਹਦਾ 5 ਅਧਿਆਏ ਦੇ ਵਿੱਚ ਅਸੀਂ ਇਸ ਕਹਾਣੀ ਨੂੰ ਪੜ੍ਹਦੇ ਹਾਂ। ਉੱਥੇ ਕਿਤੇ ਵੀ ਬਾਈਬਲ ਦੇ ਵਿੱਚ ਲਿਖਿਆ ਨਹੀਂ ਹੋਇਆ ਕਿ ਪ੍ਰਭੂ ਨੇ
ਆਉਂਦਿਆਂ ਹੀ ਪਤਰਸ ਨੂੰ ਪੁੱਛਿਆ, ਹਾਂਜੀ ਪਤਰਸ ਸਾਹਿਬ ਕੋਈ ਮਛਲੀ ਫੜੀ? ਸਾਰੀ ਰਾਤ ਤੇ ਜਾਲ ਧੋ ਰਹੇ ਹੋ, ਘਰ ਨੂੰ ਚੱਲੇ ਹੋ, ਮਛਲੀਆਂ ਫੜੀਆਂ ਨੇ? ਪ੍ਰਭੂ ਨੇ ਕੋਈ ਵੀ ਇਹ ਗੱਲ ਜਾਣਨ ਦੀ ਜ਼ਰੂਰਤ ਨਹੀਂ ਪ੍ਰਭੂ ਨੂੰ ਪਈ, ਪਰ ਪ੍ਰਭੂ ਆਲਰੇਡੀ ਜਾਣਦੇ ਸੀ ਕਿ ਪਤਰਸ ਜਿਹੜਾ ਹੈ ਉਹ ਪਰੇਸ਼ਾਨ ਹੈ। ਪਰ ਪਹਿਲਾਂ ਪ੍ਰਭੂ ਨੇ ਉਸ ਨੂੰ ਆਪਣਾ ਕੰਮ ਕਰਨ ਦੇ ਲਈ ਕਿਹਾ, ਔਰ ਉਹ ਕੰਮ ਕੀ ਸੀ? ਤੁਸੀਂ ਥੱਕੇ ਟੁੱਟੇ ਸਾਰੇ ਦਿਨ ਦੇ, ਹਨਾ, ਔਰ ਤੁਸੀਂ ਸੋਚ ਰਹੇ ਹੋ ਵੀ ਹੁਣ ਮੈਂ ਜਾਣਾ ਨਹਾ ਧੋ ਕੇ ਤੇ ਬਸ ਸੌਂ ਜਾਣਾ ਖਾਣਾ ਖਾ ਕੇ, ਉਧਰੋਂ ਪਾਸਟਰ ਦਾ ਫੋਨ ਆ ਜੇ ਕਿ ਅੱਜ ਕਨਵੈਨਸ਼ਨ ਤੇ ਜਾਣਾ। ਕਿ ਵੇਲੇ ਅਸੀਂ ਵਚਨ ਸੁਣ ਲੈਂਦੇ ਆ, ਉਹਨੂੰ ਜਸਟ ਆਪਣੇ ਉੱਤੇ ਲਾ ਕੇ ਦੇਖੀ ਤੇ ਕਹਿੰਦੇ ਨਹੀਂ ਅਸੀਂ ਨਾ ਅੱਜ ਬੜੇ ਥੱਕ ਗਏ, ਅੱਜ ਸਾਨੂੰ 2 ਘੰਟੇ ਉੱਪਰ ਵੀ ਲਾਉਣਾ ਪਿਆ, ਅੱਜ ਅਸੀਂ ਨਹੀਂ ਜਾ ਸਕਦੇ। ਮੇਰੇ ਪਿਆਰੇ ਅਜ਼ੀਜ਼ੋ, ਉਹ ਟਾਈਮ ਸ਼ਾਇਦ ਤੁਹਾਡੀ ਬਰਕਤ ਦਾ ਹੋਵੇ। ਕਿੰਨੀ ਵਾਰੀ ਸ਼ਾਇਦ ਅਸੀਂ ਮਨਾ ਕੀਤਾ ਹੋਵੇ। ਚਰਚਾਂ ਦੇ ਵਿੱਚ ਅਸੀਂ ਗਏ ਆ ਤੇ ਸ਼ੈਤਾਨ ਸਾਡੇ ਪਿੱਛੋਂ ਨਹੀਂ ਜਾ ਰਿਹਾ, ਤੇ ਮੈਂ ਨਾ ਸੋਚ ਵਿਚਾਰ ਕਰਕੇ ਮੈਂ ਵੇਖਿਆ ਕਿ ਇਹ ਥੋੜਾ ਬਹੁਤਾ ਕਲਾਮ ਵੀ ਜਾਣਦੇ ਨੇ। ਤੇ ਮੈਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਤੌਬਾ ਕੀਤੀ ਹੈ? ਇੰਨੇ ਸਾਲ ਹੋ ਗਏ, ਕਹਿੰਦੇ ਤੁਸੀਂ ਚਰਚਾਂ ਦੇ ਵਿੱਚ ਬੜੇ ਚਰਚਾਂ 'ਚ ਗਏ, ਤੌਬਾ ਕੀਤੀ? ਕਹਿੰਦੇ ਤੌਬਾ ਨਹੀਂ ਕੀਤੀ। ਤੇ ਮੈਂ ਉਸੇ ਗੱਲ ਦੇ ਵਿੱਚ ਵੇਖ ਲਿਆ ਵੀ ਇਹ ਤੇ ਮਤਲਬ ਉਦਾਂ ਹੀ ਫਿਰਨ ਡੇ ਆ। ਇੱਕ ਦਿਨ ਮੈਂ ਉਦਾਂ ਉਹਨਾਂ ਨੇ ਕਹੀ ਜਾਣਾ ਉੱਤੋਂ ਤੁਹਾਡੇ ਘਰ ਵੀ ਆਇਓ। ਇੱਕ ਦਿਨ ਮੈਂ ਉਹਨਾਂ ਨੂੰ ਆਖਿਆ ਕਿ ਅਸੀਂ ਤੁਹਾਡੇ ਘਰ ਆ ਰਹੇ ਹਾਂ ਪ੍ਰਾਰਥਨਾ ਕਰਨ ਦੇ ਲਈ। ਪਹਿਲੇ ਦਿਨ ਪਹਿਲੀ ਵਾਰੀ ਜਾਣਾ ਸੀ। ਉਹ ਕਹਿੰਦੇ ਬਸ ਅਸੀਂ ਤੁਹਾਨੂੰ ਫੋਨ ਕਰਦੇ ਹਾਂ। ਅੱਜ ਤੱਕ ਮੇਰਾ ਸਾਲ ਤੋਂ ਵੀ ਵੱਧ ਹੋ ਗਿਆ, ਅੱਜ ਤੱਕ ਉਹਨਾਂ ਦਾ ਫੋਨ ਨਹੀਂ ਆਇਆ। ਮੈਂ 2-3 ਵਾਰੀ ਉਹਨਾਂ ਨੂੰ ਕਾਲ ਕੀਤੀ, ਬਾਅਦ ਵਿੱਚ ਉਠਾਇਆ ਨਹੀਂ। ਮੇਰੇ ਪਿਆਰੇ ਅਜ਼ੀਜ਼ੋ, ਹੋ ਸਕਦਾ ਹੈ ਕਿ ਉਹ ਸਾਡੀ, ਮੇਰਾ ਖਿਆਲ ਅੱਜ ਵੀ ਉਹ ਭਟਕਦੇ ਹੋਣਗੇ, ਅੱਜ ਵੀ ਸ਼ੈਤਾਨ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ ਹੋਏਗਾ, ਜੇ ਉਹ ਸਹੀ ਕਿਸੇ ਜਗ੍ਹਾ ਦੇ ਉੱਤੇ ਨਹੀਂ ਗਏ। ਕਿਸੇ ਵੇਲੇ ਕੋਈ ਟਾਈਮ ਹੁੰਦਾ ਸਾਡੀ ਬਰਕਤ ਦਾ। ਅਸੀਂ ਇੱਥੇ ਹੁਣ ਇੱਕ ਖੁਦਾ ਦੇ ਪਾਕ ਕਲਾਮ ਦੇ ਵਿੱਚੋਂ ਸੁਣ ਰਹੇ ਸੀ ਨਾ, ਕਾਨਾ ਗਲੀਲ ਦੀ ਸ਼ਾਦੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਗਏ। ਜਦੋਂ ਪ੍ਰਭੂ ਯਿਸੂ ਮਸੀਹ ਉਹ ਸ਼ਾਦੀ ਦੇ ਵਿੱਚ ਗਏ, ਮੈਂ ਜਿਹੜੀ ਸੀ ਖਤਮ ਹੋ ਗਈ। ਮਰੀਅਮ ਨੇ ਆਣ ਕੇ ਆਖਿਆ ਕਿ ਇਹਨਾਂ ਦੀ ਮੈਂ ਜਿਹੜੀ ਆ ਖਤਮ ਹੋ ਗਈ ਹੈ। ਤੇ ਪ੍ਰਭੂ ਨੇ ਆਖਿਆ ਬੀਬੀ ਤੈਨੂੰ ਤੇ ਮੈਨੂੰ ਕੀ, ਮੇਰਾ ਅਜੇ ਸਮਾਂ ਨਹੀਂ ਆਇਆ। ਕੁਛ ਮਿੰਟ ਬੀਤੇ ਨੇ ਤੇ ਪ੍ਰਭੂ ਉੱਥੇ ਚਾਕਰਾਂ ਨੂੰ ਹੁਕਮ ਦੇ ਰਹੇ ਨੇ ਕਿ ਮੱਟਾਂ ਦੇ ਵਿੱਚ ਜਲ ਭਰ ਦਿਓ। ਪ੍ਰਭੂ ਦਾ ਸਮਾਂ ਆ ਗਿਆ। ਪਤਾ ਨਹੀਂ ਹੁੰਦਾ ਕਿਹੜਾ ਸਮਾਂ ਪਰਮੇਸ਼ਰ ਦਾ ਉਹਨੇ ਤੁਹਾਨੂੰ ਬਰਕਤ ਦੇਣੀ ਆ। ਉਹ ਸਾਡੀ ਸੇਵਾ ਦੇਖਦਾ ਹੈ। ਸੇਵਾ ਬੋਲਾ ਹਾਲੇਲੂਇਆ, ਸਾਰੇ ਬੋਲਾ ਹਾਲੇਲੂਇਆ। ਉਹ ਹਰ ਇੱਕ ਵਿਅਕਤੀ ਦੇ ਜੀਵਨ ਨੂੰ ਪਰਮੇਸ਼ਰ ਦੇਖਦਾ ਹੈ। ਜਦੋਂ ਉਹ ਸਾਡੀ ਸੇਵਾ ਨੂੰ ਦੇਖਦਾ ਤੇ ਉਸ ਸੇਵਾ ਨੂੰ ਵੇਖ ਕੇ ਪਰਮੇਸ਼ਰ ਸਾਡੀ ਬਰਕਤ ਸਾਨੂੰ ਦਿੰਦਾ ਹੈ। ਸਾਡੀਆਂ ਲੰਮੀਆਂ ਲੰਮੀਆਂ ਪ੍ਰਾਰਥਨਾਵਾਂ ਪਰਮੇਸ਼ਰ ਨੂੰ ਪਸੰਦ ਨਹੀਂ ਆ। ਸਾਡੇ ਧਾਰਮਿਕ ਵਿਖਾਵੇ ਵਾਲੇ ਕੰਮ ਜਿਹੜੇ ਆ ਪਰਮੇਸ਼ਰ ਨੂੰ ਪਸੰਦ ਨਹੀਂ ਹੈ। ਉਹ ਚਾਹੁੰਦਾ ਕਿ ਅਸੀਂ ਤਨੋ ਮਨੋ ਉਹਦੀ ਸੇਵਾ ਕਰੀਏ। ਔਰ ਅਸੀਂ ਵਚਨ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਸਨੂਮੀ ਤੀਵੀ ਨੇ ਔਰ ਉਸਦੇ ਪਤੀ ਨੇ ਸੇਵਾ ਕੀਤੀ ਤਾਂ ਉਹਨਾਂ ਨੂੰ ਬਿਨਾਂ ਮੰਗਿਆ ਬਰਕਤ ਮਿਲੀ। ਬਿਨਾਂ ਮੰਗਿਆ ਉਹਨਾਂ ਦੇ ਜੀਵਨ ਦੇ ਵਿੱਚ ਚਮਤਕਾਰ ਕੰਮ ਹੋਇਆ, ਕਿਉਂਕਿ ਉਹ ਵੀ ਵੱਡੀ ਉਮਰ ਦੇ ਹੋ ਚੁੱਕੇ ਸੀ। ਚਮਤਕਾਰ ਹੀ ਹੋਇਆ ਨਾ, ਬੋਲਾ ਹਾਲੇਲੂਇਆ। ਅਬਰਾਹਮ ਔਰ ਸਾਰਾ ਦੇ ਜੀਵਨ ਦੇ ਵਿੱਚ ਚਮਤਕਾਰ ਕੰਮ ਹੋਇਆ, ਬੋਲਾ ਹਾਲੇਲੂਇਆ। ਔਰ ਪਤਰਸ ਦੇ ਜੀਵਨ ਦੇ ਵਿੱਚ ਵੀ ਅਸੀਂ ਸੁਣਦੇ ਲਈ ਜਾ ਰਹੇ ਹਾਂ। ਪ੍ਰਭੂ ਨੇ ਆਖਿਆ ਡੂੰਘੇ ਪਾਣੀ ਦੇ ਵਿੱਚ ਜਾ ਕੇ ਕੀ ਕਰੋ, ਜਾਲ ਪਾਓ, ਹਾਲੇਲੂਇਆ। ਫਿਰ ਪਤਰਸ ਨੇ ਖੁਦ ਦੱਸਿਆ ਪ੍ਰਭੂ ਮੈਂ ਸਾਰੀ ਰਾਤ ਮਿਹਨਤ ਕਰ ਰਿਹਾ, ਇੱਕ ਵੀ ਮਛਲੀ ਨਹੀਂ ਪਕੜੀ, ਪਰ ਫਿਰ ਵੀ ਤੇਰੇ ਕਹਿਣ ਕਰਕੇ ਮੈਂ ਜਾਲ ਜ਼ਰੂਰ ਪਾਵਾਂਗਾ, ਹਾਲੇਲੂਇਆ। ਇੱਕ ਵਾਰੀ ਪ੍ਰਭੂ ਦੇ ਕਹਿਣ ਕਰਕੇ ਤਾਂ ਦੇਖੀਏ। ਜਦੋਂ ਜਾਲ ਪਾਇਆ, ਮਛਵਾਰਾ ਪ੍ਰਭੂ ਨਹੀਂ ਸੀ। ਮਛਵਾਰਾ ਕੌਣ ਸੀ? ਪਤਰਸ ਸੀ। ਪਰ ਉਸਨੇ ਪ੍ਰਭੂ ਦੀ ਗੱਲ ਮੰਨੀ, ਹਾਲੇਲੂਇਆ। ਜਦੋਂ ਜਾਲ ਪਾਇਆ ਤੇ ਲਿਖਿਆ ਉਹਦੀ ਕਿਸ਼ਤੀ ਜਿਹੜੀ ਸੀ ਮਛਲੀਆਂ ਦੇ ਨਾਲ ਇੰਨੀ ਭਰ ਗਈ। ਉਹੀ ਪਤਰਸ ਸੀ, ਉਹੀ ਜਾਲ ਸੀ, ਉਹੀ ਕਸ਼ਤੀ ਸੀ, ਸਮੁੰਦਰ ਵੀ ਉਹ ਸੀ, ਹਾਲੇਲੂਇਆ। ਸਾਰੇ ਬੋਲੋ ਹਾਲੇਲੂਇਆ। ਪਰ ਕੀ ਸੀ? ਥੋੜਾ ਜਿਹਾ ਟਾਈਮ ਉਸਨੇ ਆਪਣੀ ਉਨੀਂਦਰੇ ਦੇ ਵਿੱਚ, ਆਪਣੀ ਥਕਾਵਟ ਦੇ ਵਿੱਚ ਪ੍ਰਭੂ ਨੂੰ ਦੇ ਦਿੱਤਾ। ਆਪਣੀ ਕਿਸ਼ਤੀ ਪ੍ਰਭੂ ਨੂੰ ਦੇ ਦਿੱਤੀ ਔਰ ਬੈਠ ਗਿਆ। ਥੋੜੀ ਜੀ ਸੇਵਾ ਕੀਤੀ, ਕਿਸ਼ਤੀ ਭਰ ਗਈ। ਲਿਖਿਆ ਉਹ ਡੁੱਬਣ ਲੱਗ ਪਈ। ਇੱਕ ਕਿਸ਼ਤੀ ਹੋਰ ਖਾਲੀ ਤੁਰੀ ਫਿਰਨ ਡਈ ਸੀ ਗਵਾਂਡੀਆਂ ਦੀ, ਉਹ ਵੀ ਭਰ ਗਈ, ਹਾਲੇਲੂਇਆ। ਤੇ ਲਿਖਿਆ ਦੋਵੇਂ ਕਿਸ਼ਤੀਆਂ ਇੰਨੀਆਂ ਭਰ ਗਈਆਂ ਕਿ ਡੁੱਬਣ, ਬੋਲਾ ਹਾਲੇਲੂਇਆ।
ਸਾਰੇ ਬੋਲ ਹਾਲੇਲੂਇਆ। ਪਤਰਸ ਨੇ ਜਦੋਂ ਇਹ ਚਮਤਕਾਰ ਕੰਮ ਵੇਖਿਆ ਤੇ ਲਿਖਿਆ, ਉਹ ਪ੍ਰਭੂ ਦੇ ਚਰਨਾਂ ਦੇ ਵਿੱਚ ਪੈ ਗਿਆ, ਪ੍ਰਭੂ ਦੇ ਪੈਰੀ ਪੈ ਗਿਆ, ਕਹਿੰਦਾ ਪ੍ਰਭੂ ਮੈਂ ਪਾਪੀ ਹਾਂ। ਤੇ ਪ੍ਰਭੂ ਕਹਿੰਦੇ ਮੈਂ ਇਹੀ ਤੇ ਚਾਹੁੰਦਾ ਹਾਂ ਕਿ ਇਨਸਾਨ ਮੰਨੇ ਕਿ ਮੈਂ ਪਾਪੀ ਹਾਂ। ਪ੍ਰਭੂ ਨੂੰ ਕਹਿੰਦਾ ਮੈਥੋਂ ਦੂਰ ਹੋ ਜਾਓ, ਮੈਂ ਕੀ ਹਾਂ? ਪਾਪੀ ਹਾਂ। ਪ੍ਰਭੂ ਨੇ ਆਖਿਆ ਅੱਜ ਤੋਂ ਤੂੰ ਮੱਛੀਆਂ ਦਾ ਨਹੀਂ ਬਲਕਿ ਮਨੁੱਖਾਂ ਦਾ ਸ਼ਿਕਾਰੀ। ਹਾਲੇਲੂਇਆ। ਸਾਰੇ ਬੋਲੋ ਹਾਲੇਲੂਇਆ। ਦੇਖੋ ਕਈ ਲੋਕ ਬਰਕਤਾਂ ਲੈ ਕੇ, ਪਤਰਸ ਦੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਹੋਈ? ਕਈ ਲੋਕ ਬਰਕਤਾਂ ਲੈ ਕੇ ਤੇ ਪ੍ਰਭੂ ਨੂੰ ਛੱਡ ਜਾਂਦੇ ਨੇ। ਇਹ ਬਰਕਤਾਂ ਲੈ ਕੇ ਆਪਣਾ ਕਾਰੋਬਾਰ ਹੀ ਛੱਡ ਗਿਆ ਤੇ ਪ੍ਰਭੂ ਦੇ ਪਿੱਛੇ ਲੱਗ ਗਿਆ। ਹਾਲੇਲੂਇਆ। ਸਾਰੇ ਬੋਲੋ ਹਾਲੇਲੂਇਆ। ਇਹਨੇ ਆਪਣਾ ਇੰਨੀ ਬਰਕਤ ਆ ਗਈ, ਇੰਨੀਆਂ ਮਛਲੀਆਂ ਆ ਗਈਆਂ, ਹੁਣ ਤੈਨੂੰ ਕਹਿਣਾ ਚਾਹੀਦਾ ਹੁਣ ਮੈਂ ਰੋਜ਼ ਕਿਸ਼ਤੀ ਭਰਿਆ ਕਰੂੰਗਾ ਤੇ ਮਾਰਕੀਟ 'ਚ ਜਾਵਾਂਗਾ ਤੇ ਬੜੇ ਪੈਸੇ ਕਮਾਇਆ ਕਰਾਂਗਾ। ਉਹਦੇ ਜੀਵਨ ਦੇ ਵਿੱਚ ਚਮਤਕਾਰ ਕੰਮ ਹੋਇਆ, ਉਹਦੇ ਜੀਵਨ ਵਿੱਚ ਬਰਕਤ ਆਈ ਤੇ ਉਹ ਆਪਣਾ ਕਾਰੋਬਾਰ ਹੀ ਭੁੱਲ ਗਿਆ, ਪ੍ਰਭੂ ਦੇ ਪਿੱਛੇ ਲੱਗ ਗਿਆ, ਬਿਨਾਂ ਮੰਗਿਆ ਪਤਰਸ ਨੂੰ ਮਿਲਿਆ। ਅੱਜ ਅਸੀਂ ਵੀ ਚਾਹੁੰਦੇ ਹਾਂ, ਪ੍ਰਭੂ ਨੇ ਆਖਿਆ ਨਾ ਇਹ ਵਚਨ, ਤੁਹਾਡੇ ਮੰਗਣ ਤੋਂ ਪਹਿਲਾਂ ਜਾਣਦਾ ਕਿ ਤੁਹਾਨੂੰ ਕਿੰਨਾ ਵਸਤਾਂ ਦੀ। ਹਾਲੇਲੂਇਆ। ਤੇ ਅੱਜ ਜਿਹੜੇ ਜੋੜੇ, ਜਿਹੜੇ ਪਤੀ ਪਤਨੀ, ਜਿਹੜਾ ਪਰਿਵਾਰ, ਜਿਹੜੇ ਖੁਦਾਵੰਦ ਦੇ ਸੇਵਕ ਚਾਹੁੰਦੇ ਆ ਸਾਡੇ ਜੀਵਨ ਦੇ ਵਿੱਚ ਪ੍ਰਭੂ ਦੇ ਚਮਤਕਾਰ ਕੰਮ ਹੋਣ, ਕਦੇ ਵੀ ਸੇਵਾ ਤੋਂ ਪਿੱਛੇ ਨਾ ਹਟੋ। ਖੁਦਾ ਦੇ ਲੋਕਾਂ ਦੀ ਸੇਵਾ ਕਰਨ ਤੋਂ ਪਿੱਛੇ ਨਾ ਹਟੋ। ਆ ਮੈਂ ਕਈ ਦੇਖਦਾ ਸੇਵਕ ਬਣ ਜਾਂਦੇ ਨੇ, ਪਾਸਟਰ ਬਣ ਜਾਂਦੇ ਨੇ, ਤੇ ਉਹ ਆਪਣੇ ਆਪ ਨੂੰ ਸਮਝਦੇ ਬੜਾ, ਘਰ ਦੇ ਵਿੱਚ ਨਹੀਂ ਕੰਮ ਕਰਕੇ ਰਾਜੀ। ਹੱਥ ਲਾ ਕੇ ਨਹੀਂ ਰਾਜੀ, ਦੂਜਿਆਂ ਨੂੰ ਆਰਡਰ ਦਿੰਦੇ, ਕਦੀ ਅੱਗੇ ਨਹੀਂ ਵੱਧ ਸਕਦੇ ਹੋ, ਕਦੀ ਉਹਨਾਂ ਦੇ ਜੀਵਨ ਦੇ ਵਿੱਚ ਬਰਕਤ ਨਹੀਂ ਆ ਸਕਦੀ। ਉਹ ਪ੍ਰਭੂ ਯਿਸੂ ਮਸੀਹ ਨੇ ਖੁਦ ਚੇਲਿਆਂ ਦੇ ਪੈਰ ਧੋਤੇ ਕਿ ਨਹੀਂ? ਬੋਲੋ, ਪੈਰ ਧੋਤੇ, ਹੱਥ ਨਹੀਂ। ਤੇ ਅਸੀਂ ਕੌਣ ਹੋਏ? ਕਈ ਥੋੜੇ ਐਲਡਰ ਪਾਸਟਰ ਬਣ ਜਾਣ ਤੇ ਵਿਸ਼ਵਾਸੀ ਨੂੰ ਪਾਣੀ ਫੜਾਉਂਦੇ ਆ, ਸੰਗਦੇ ਨੇ ਕਿ ਨਾ ਹੁਣ ਤੇ ਅਸੀਂ ਚੰਗੇ ਥੋੜਾ ਲੱਗਦੇ। ਦੇਖੋ ਮੇਰੇ ਪਿਆਰੇ ਅਜ਼ੀਜ਼ੋ, ਚਮਤਕਾਰ ਉਹਨਾਂ ਦੇ ਜੀਵਨ ਵਿੱਚ ਹੁੰਦੇ ਨੇ, ਪ੍ਰਭੂ ਕਰਦਾ ਚਮਤਕਾਰ ਕੰਮ। ਔਰ ਜਿਹੜੇ ਸੇਵਾ ਕਰਕੇ ਆਪਣੇ ਜੀਵਨ ਦੇ ਵਿੱਚ ਬਰਕਤਾਂ ਲੈਂਦੇ, ਉਹ ਬਰਕਤਾਂ ਪਰਮਾਨੈਂਟ ਹੁੰਦੀਆਂ ਜੀ। ਅੱਜ ਕਈ ਕਹਿੰਦੇ ਨਾ, ਕੋਈ ਫੂਕ ਮਾਰਦੇ ਸਾਡੇ ਤੇ, ਕੋਈ ਭਵਿੱਖਬਾਣੀ ਕਰਦੇ ਤੇ ਸਾਡੇ ਜੀਵਨ ਦੇ ਵਿੱਚ ਬਰਕਤ ਆ ਜੇ। ਉਹ ਕਨਵੈਨਸ਼ਨ ਚ ਗਵਾਹੀਆਂ ਵੀ ਦੇ ਦਿੰਦੇ, ਮੈਂ ਚੰਗਾ ਹੋ ਗਿਆ, ਘਰ ਆਣ ਕੇ ਫੇਰ ਉਹੀ ਹਾਲ, ਫੇਰ ਕਹਿੰਦੇ ਸਾਡੇ ਲੱਕ 'ਚ ਦਰਦ ਨਹੀਂ ਹਟ, ਉੱਥੇ ਗਵਾਹੀਆਂ ਦੇ ਆਉਂਦੇ, ਫੇਰ ਉਹੀ ਹਾਲ। ਖੁਦਾ ਉੱਥੇ ਉਹਨਾਂ ਨੂੰ ਛੂਹ ਲੈਂਦਾ, ਚੰਗਾ ਕਰ ਦਿੰਦਾ, ਪਰ ਕੀ ਆਪਣਾ ਜੀਵਨ ਨਹੀਂ ਬਦਲਦੇ, ਕਰਕੇ ਕੁੱਖ ਰਾਜੀ ਨਹੀਂ ਹੈ। ਮਿਹਨਤ 'ਚ ਬਹੁਤੇ ਹੀ ਢਿੱਲੇ ਆ, ਪ੍ਰਭੂ ਦੀ ਸੇਵਾ ਤੇ ਕਰਦੇ ਹੀ ਨਹੀਂ। ਹਾਲੇਲੂਇਆ। ਬੋਲੋ ਹਾਲੇਲੂਇਆ। ਅਬਰਾਹਮ ਨੂੰ ਬਿਨਾਂ ਮੰਗਿਆ ਮਿਲਿਆ, ਸੁਨਮੀ ਤੀਵੀ ਨੂੰ ਬਿਨਾਂ ਮੰਗਿਆ ਉਹਦੇ ਜੀਵਨ ਦੇ ਵਿੱਚ ਚਮਤਕਾਰ ਕੰਮ ਹੋਇਆ। ਪਤਰਸ ਦੇ ਬਿਨਾਂ ਮੰਗਿਆ ਹੀ ਉਹਦੇ ਜੀਵਨ ਦੇ ਵਿੱਚ ਕੀ ਹੋ ਗਿਆ? ਬੋਲੋ, ਚਮਤਕਾਰ ਕੰਮ ਹੋ ਗਿਆ। ਹਾਲੇਲੂਇਆ। ਸਾਰੇ ਬੋਲੋ ਹਾਲੇਲੂਇਆ। ਹੱਥਾਂ ਨੂੰ ਉਠਾਈਏ, ਬੋਲੋ ਹਾਲੇਲੂਇਆ। ਕਿਵਲੇ ਕੁਝ ਲੋਕ ਕੱਖ ਵੀ ਕਰਕੇ ਰਾਜੀ ਨਹੀਂ ਕਲੀਸਿਆ ਦੇ ਵਿੱਚ, ਉਹਨਾਂ ਦਾ ਧਿਆਨ ਹੁੰਦਾ ਕੋਈ ਨਹੀਂ, ਉਹ ਪਾਸਟਰ ਜੀ ਉਹਨਾਂ ਨੇ ਉਹ ਸੇਵਾਦਾਰ ਲਾਈ ਆ, ਉਹ ਮੁੰਡੇ ਹੈ ਹੀ ਆ, ਉਹ ਲੜਕੀਆਂ ਹੈ ਹੀ ਆ, ਉਹਨਾਂ ਦਾ ਕੰਮ ਆ, ਸਾਡਾ ਕੋਈ ਕੰਮ ਨਹੀਂ ਹੈਗਾ। ਜੋ ਕੁਛ ਵੀ ਤੁਹਾਡੇ ਹੱਥ ਦੇ ਵਿੱਚ ਆਉਂਦਾ ਹੈ ਜ਼ਰੂਰ ਕਰੋ। ਕਿੰਨੇ ਜਣੇ ਨੇ ਤੁਹਾਡੇ ਵਿੱਚੋਂ ਜਿਨ੍ਹਾਂ ਨੇ ਕਲੀਸਿਆ ਦੇ ਪੈਰ ਧੋਤੇ ਨੇ? ਮੈਂ ਕਿੰਨਾ ਵਿਸ਼ਵਾਸੀ ਨਹੀਂ ਆ ਜਿਨ੍ਹਾਂ ਅਜੇ ਤੱਕ ਕਲੀਸਿਆ ਦੇ ਪੈਰ ਨਹੀਂ ਧੋਤੇ। ਪ੍ਰਭੂ ਨੇ ਕਿਹਾ ਸੀ ਨਾ ਜਦੋਂ ਚੇਲਿਆਂ ਦੇ ਪੈਰ ਧੋ ਰਹੇ ਸੀ ਕਿ ਜੇ ਮੈਂ ਗੁਰੂ ਹੋ ਕੇ ਤੁਹਾਡੇ ਪੈਰ ਧੋਤੇ ਨੇ ਤੇ ਤੁਹਾਨੂੰ ਵੀ ਇੱਕ ਦੂਜੇ ਦੇ ਕੀ ਕਰਨੇ ਚਾਹੀਦੇ ਨੇ? ਔਰ ਪਤੀ ਨੂੰ ਵੀ ਪਤਨੀ ਦੇ ਪੈਰ ਨਾ 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 ਨਾ, ਹੈ ਤੇ ਸਿਰ ਵਾ, ਬਾਈਬਲ 'ਚ ਲਿਖਿਆ ਵਾ, ਖੁਦਾ ਨੇ ਹੈਡ ਸਾਨੂੰ ਬਣਾਇਆ। ਔਰ ਪਤਨੀ ਨੂੰ ਵੀ ਪਤੀ ਦੇ ਮਸੀਹ ਦੇ ਵਿੱਚ ਹੋ ਕੇ ਇਹ ਸੇਵਾ ਕਰਕੇ ਰਾਜੀ ਨਹੀਂ ਹੈਗੇ।
कई लोग कहते चर्च ਦੇ ਵਿੱਚ ਸਾਨੂੰ ਪ੍ਰਧਾਨਗੀਆਂ ਮਿਲਣੇ, ਸਾਨੂੰ ਕੋਈ ਲੀਡਰ ਬਣਾ ਦੇਣ, ਉਹ ਗੱਲ ਤੇ ਠੀਕ ਹੈ, ਪਰ ਸੇਵਾ ਕਿੱਥੇ ਹੈ? ਸੇਵਾ ਕਰਕੇ ਨਾ ਹੋਣਾ ਚਾਹੀਦਾ ਸਾਡਾ। ਸੇਵਾ ਕਰਾਂਗੇ ਤੇ ਸਾਡੇ ਜੀਵਨ ਦੇ ਵਿੱਚ ਬਰਕਤ ਆਏਗੀ। ਸਾਡੇ ਯੀਸ਼ੂ ਮਸੀਹ ਨੇ ਖੁਦ ਕੀਤੀ ਸੇਵਾ। ਲੋਕ ਆਏ ਸੀ ਨਾ, ਪ੍ਰਭੂ ਨੇ ਆਖਿਆ ਆਪਣੇ ਚੇਲਿਆਂ ਨੂੰ, ਇਹਨਾਂ ਦੇ ਲਈ ਉਜਾੜ ਦੇ ਵਿੱਚ ਇਹਨਾਂ ਲਈ ਖਾਣੇ ਦਾ ਇੰਤਜ਼ਾਮ ਕਰੋ। 5000 ਲੋਕ, ਤੇ ਪ੍ਰਭੂ ਕਹਿ ਰਿਹਾ ਇਹਨਾਂ ਦੇ ਲਈ ਖਾਣੇ ਦਾ ਇੰਤਜ਼ਾਮ ਕਰੋ। ਚੇਲਿਆਂ ਨੇ ਲਾਇਆ ਹਿਸਾਬ ਕਿਤਾਬ, ਕਹਿੰਦੇ ਪ੍ਰਭੂ ਸਾਡੇ ਕੋਲ 100 ਰੁਪਈਆ ਵਾ। ਉਸ ਟਾਈਮ ਦਾ 100 ਰੁਪਈਆ ਬਹੁਤ ਜ਼ਿਆਦਾ ਸੀ। ਕਹਿੰਦੇ ਪ੍ਰਭੂ 100 ਰੁਪਈਆ ਕੁੱਖ ਨਹੀਂ ਹੋਣਾ। ਦੂਸਰਾ ਚੇਲਾ ਇੱਕ ਲੜਕੇ ਨੂੰ ਲੈ ਕੇ ਆਇਆ, ਉਹਨੂੰ ਪਤਾ ਸੀ ਪ੍ਰਭੂ ਨੇ ਕੀ ਕਰਨਾ। ਇੱਕ ਲੜਕੇ ਨੂੰ ਲੈ ਕੇ ਆਇਆ, ਪ੍ਰਭੂ ਇਹਦੇ ਕੋਲ 5 ਰੋਟੀਆਂ, ਦੱਸੋ 100 ਰੁਪਈਆ ਜ਼ਿਆਦਾ ਕਿ 5 ਰੋਟੀਆਂ ਤੋਂ ਮੱਛੀ। ਪ੍ਰਭੂ ਨੂੰ ਉਹ ਵਿਸ਼ਵਾਸ ਦੇ ਨਾਲ ਉਸ ਲੜਕੇ ਨੂੰ ਲੈ ਕੇ ਆ ਕਿ ਨਾ 5 ਰੋਟੀਆਂ ਪ੍ਰਭੂ ਇਹਦੇ ਕੋਲ। ਪ੍ਰਭੂ ਨੇ ਉਹ ਰੋਟੀਆਂ ਲਈਆਂ, ਸ਼ੁਕਰ ਕਰਕੇ ਆਪਣੇ ਚੇਲਿਆਂ ਨੂੰ ਦਿੱਤੀਆਂ, ਵੰਡੀਆਂ, ਔਰ 5000 ਲੋਕ ਰੱਜ ਗਏ। ਹਾਲੇਲੂਇਆ। 12 ਟੋਕਰੇ ਵੀ ਬਚ ਗਏ। ਹਾਲੇਲੂਇਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਖੁਦਾ ਉਹ ਪਰਮੇਸ਼ਰ ਜਿਹਦੀ ਅਸੀਂ ਉਪਾਸਨਾ ਕਰਦੇ ਹਾਂ, ਖੁਦਾ ਨੇ ਉਸ ਆਪਣੇ ਲੋਕਾਂ ਨੂੰ स्वर्ग तो मन्ना खिलाया, स्वर्ग तो रोटी खिलाई, और वो परमेश्वर साडे जीवन दे भी अद्भुत काम करेगा अज अगर असी उहदी सेवा करदे। बुद्धवान वो पत्नी आ जिहड़ी काम तो नहीं डरदी, जिहड़ी सेवा करन तो डरदी। बुद्धवान वो पति आ जिहड़ा काम तो नहीं डरदा, जिहड़ा सेवा करन तो नहीं डरदा। अजकल लड़ाइयां घरां च पता कादियां हुंदियां ने? कादियां हुंदियां ने? काम दियां। बस एक दिन मैं देहरादून जा रहा सी, ट्रेन दे विच एक विचारी सियाणी औरत कड़ी मुड़ी, उहनूं फोन आवे घरों, कादा फोन आवे, लड़ाई हो रही घर। वो विचारी आ गई अगे, विचारी वो रोटियां पका दिंदी, हुण नौवां दे कोलों रोटियां ही नहीं बनदियां। वो विचारी बतेरी एक नूं कहे तू अपनी पका ला ते खा ला। अज ये हाल है ना, वो अपने घर दे च कुछ करके राजी आ। अज लोग ना अपने घर दे च कोई काम करके राजी, नौजवान भी ना कुछ परिवार लिए कुछ करके राजी, तो ना ही प्रभु दे लिए। तो कहते साडे जीवन दे विच बरकतां होण, चमत्कार काम होण, इदां नहीं होणे। देखो तुहाडे घर तो पता, जो कोई तुहाडे घर दी एंट्री करदा ना, तुहाडे घर तो पता लग जांदा कि तुसीं किन्ने क बुद्धवान हो। तुहाडा घर, मैं देखिया कई लोग कहंदे साडा जी घर ना थोड़ा बाले गाडर उत्ते। मैं कुछ घर झोंपड़ियां दे विच जाके वेख्या, झुग्गियां झोंपड़ियां दे विच, और इन्ने बुद्धवान ने, खुदा नूं मनण वाले लोग, उन्होंने मिस बड़े तरीके नाल सफाई कीती से सजाया, हर चीज़ नूं बड़े तरीके दे नाल रखिया होया। परमेश्वर साडा खुदावन जिहड़ा सिस्टमैटिकली खुदावन है, और एवें ही नहीं है वो परमेश्वर। सारा कुछ जो परमेश्वर ने बनाया सी सिस्टमैटिकली बनाया। उत्पत्ति की किताब दा 1 अध्याय पढ़ के देखो, और साडे घर तो पता लग जाता है कि असी किन्ने क बुद्धवान। एक बुद्धवान तीवी लिखा अपना घर बनाउंदी आ, ते जे साडा घर ही हर वक्त है सिस्टम बिगड़िया पिया, हर वक्त साडे घर दा जदों भी एक ते हुंदा ना कोई है ना परौने चार आ जान, जां कोई प्रोग्राम होवे, जां कोई काम चल रहा, उदों चीज़ां इधर उधर हो जांदियां। पर जे हर वक्त ही यही हाल रहिंदा, ਇਹਦਾ मतलब एक सियाणे ने एक गल कही है, जिथे सफाई है उत्थे की आ? बोलो, जिथे सफाई है उत्थे की आ? स्वर्ग दे विच की है? बोलो, सोना किथे रखदे हैं? सोना हैगा सारे को? किथे रखदे भला? डस्टबिन च? एवें जिथे मर्जी अंगीठी तरह उन्होंने सोने नूं असीं बड़ा संभाल के रखते हैं, साफ सुथरी जगह देते।
ਹਾਂਜੀ। ਤੇ ਲਿਖਿਆ ਉੱਥੇ ਜਿਹੜਾ ਚੌਂਕ ਵਾ ਨਾ ਨਖਾਲਸ ਸੋਨੇ ਦਾ ਵਾ। ਹਾਲੇਲੂਇਆ, ਸਾਰੇ ਬੋਲੋ ਹਾਲੇਲੂਇਆ। ਔਰ ਤੁਸੀਂ ਦੇਖੋ ਜਦੋਂ ਖੁਦਾ ਨੇ ਘਰ ਬਣਾਉਣ ਦੇ ਲਈ ਕਿਹਾ ਸੀ ਨਾ, ਆਪਣਾ ਮਿਲਾਪ ਦਾ ਤੰਬੂ ਬਣਾਉਣ ਦੇ ਲਈ ਕਿਹਾ ਸੀ, ਪਰਮੇਸ਼ਰ ਨੇ ਆਪਣਾ ਘਰ ਬਣਾਉਣ ਦੇ ਲਈ ਕਿਹਾ ਸੀ, ਔਰ ਉੱਥੇ ਖੁਦਾਵੰ ਨੇ ਕਿੰਨੀਆਂ ਹਰ ਇੱਕ ਚੀਜ਼ ਪਰਦਿਆਂ ਤੱਕ ਰੰਗ, ਉਹਨਾਂ ਦੇ ਰੰਗ ਕੀ ਹੋਣਗੇ, ਕੁੰਡੀਆਂ ਤੱਕ ਖੁਦਾ ਨੇ ਦੱਸੀਆਂ ਕਿ ਕਿੰਨਾ ਖੁਦਾਵੰਦ ਸਿਸਟਮੈਟਿਕਲੀ ਖੁਦਾਵੰਦ ਪਰਮੇਸ਼ਰ ਹੈ ਸਾਡਾ। ਤੇ ਅੱਜ ਕਈ ਕਰਕੇ ਕੁਛ ਰਾਜੀ ਨਹੀਂ ਹੈਗੇ, ਹੱਥੇ ਲਾ ਕੇ ਰਾਜੀ ਨਹੀਂ ਹੈਗੇ। ਮੈਂ ਜਿਹੜੀਆਂ ਸਾਡੀਆਂ ਖੁਦਾ ਵਿੱਚ ਚੱਲਣ ਵਾਲੀਆਂ ਸਾਡੀਆਂ ਬੇਟੀਆਂ ਨੇ, ਚਾਹੇ ਤੁਹਾਡੀ ਸ਼ਾਦੀ ਹੋ ਗਈ ਆ ਤੇ ਜਾਂ ਹੋਣ ਵਾਲੀ ਆ, ਕੰਮ ਤੋਂ ਸਾਨੂੰ ਕਦੇ ਨਹੀਂ ਭੱਜਣਾ। ਸਾਡੇ ਜਿੰਨੇ ਵੀ ਨੌਜਵਾਨ ਲੜਕੇ ਨੇ, ਅੱਜ ਕਈ ਨੌਜਵਾਨ ਲੜਕੇ ਜਿਹੜੇ ਆ ਨਸ਼ਿਆਂ ਦੇ ਵਿੱਚ ਲੱਗ ਗਏ। ਔਰ ਕਿਹੜੇ ਨਸ਼ੇ ਲਾ ਲਏ ਨੇ? ਚਿੱਟਾ, ਚਿੱਟੇ ਕਰਕੇ ਰੱਖਦੇ ਉਹਨੇ, ਔਰ ਜਵਾਨੀ ਦੇ ਵਿੱਚ ਹੀ ਚਲੇ ਜਾ ਰਹੇ ਨੇ। ਕੋਈ ਕੰਮ ਕਰਕੇ ਰਾਜੀ ਨਹੀਂ, ਚੋਰੀਆਂ ਤੇ ਚੋਰੀਆਂ ਕਰੀ ਜਾ ਰਹੇ ਨੇ, ਕਿਉਂਕਿ ਨਸ਼ੇ ਕਰਦੇ। ਕੰਮ ਕਿੱਥੇ 300-400 ਰੁਪਈਆ ਤੇ ਦਿਹਾੜੀ, ਉਹਨਾਂ ਕੀ ਬਣਨਾ ਵਾ? ਸਿੱਧਾ ਹੀ ਹੱਥ ਮਾਰਨਾ ਚਾਹੁੰਦੇ ਨੇ। ਔਰ ਤੁਸੀਂ ਇੱਕ ਬੜੀ ਭਿਆਨਕ ਜਗ੍ਹਾ ਦੇ ਵੱਲ ਜਾ ਰਹੇ। ਸਾਡੇ ਜੀਵਨ ਦੇ ਵਿੱਚ ਖੁਦਾ ਦੇ ਚਮਤਕਾਰ ਕੰਮ ਨਹੀਂ ਹੋਣਗੇ। ਔਰ ਕਈ ਵਿਸ਼ਵਾਸੀਆਂ ਦਾ ਇਹ ਹਾਲ ਹੈ, ਸਾਡੀ ਇਕੱਲੀ ਪ੍ਰਾਰਥਨਾ ਦੇ ਨਾਲ ਕੁਝ ਨਹੀਂ ਜੇ ਬਣਨਾ, ਸਾਨੂੰ ਕੁਝ ਕਰਨਾ ਹੋਏਗਾ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦੀ ਸੇਵਾ ਕਰਨੀ ਹੋਏਗੀ। ਔਰ ਮੇਰੇ ਪਿਆਰੇ ਅਜ਼ੀਜ਼ੋ, ਜਿਹੜੇ ਸੇਵਾ ਕਰਦੇ ਨੇ ਉਹ ਆਪਣੇ ਜੀਵਨ ਦੇ ਵਿੱਚ ਵੱਡੇ ਵੱਡੇ ਚਮਤਕਾਰ ਕੰਮ ਦੇਖਦੇ ਨੇ। ਹਾਲੇਲੂਇਆ। ਆਪਣੇ ਹੱਥਾਂ ਨੂੰ ਉਠਾਵਾਂਗੇ, ਬੋਲੋ ਹਾਲੇਲੂਇਆ, ਹਾਲੇਲੂਇਆ। ਔਰ ਅਸੀਂ ਪ੍ਰਭੂ ਦੇ ਕਲਾਮ ਦੇ ਵਿੱਚੋਂ ਪੜ੍ਹਦੇ ਹਾਂ, ਅਬਰਾਹਾਮ ਦੀ ਨੂੰਹ ਦਾ ਨਾਮ ਕੀ ਸੀ? ਕੋਈ ਦੱਸ ਸਕਦਾ? ਹਾਂ, ਕੀ ਸੀ ਅਬਰਾਹਾਮ ਦੀ ਨੂੰਹ ਦਾ ਨਾਮ? ਔਰ ਉਹਦੇ ਬੇਟੇ ਦਾ ਨਾਮ ਇਸਹਾਕ। ਔਰ ਅਬਰਾਹਾਮ ਨੇ ਜ਼ਿੰਮੇਵਾਰੀ ਦਿੱਤੀ ਆਪਣੇ ਇੱਕ ਨੌਕਰ ਨੂੰ, ਜਿਹੜਾ ਬੜਾ ਵਫਾਦਾਰ ਸੀ। ਉਸਨੇ ਜ਼ਿੰਮੇਵਾਰੀ ਦਿੱਤੀ, ਜਾ ਔਰ ਮੇਰੇ ਲੋਕਾਂ ਦੇ ਵਿੱਚ ਜਾ, ਔਰ ਉੱਥੋਂ ਮੇਰੇ ਬੇਟੇ ਦੇ ਲਈ ਇੱਕ ਲੜਕੀ ਲੈ ਕੇ ਆ, ਮੇਰੀ ਨੂੰਹ ਲੈ ਕੇ ਆ। ਉਹਦੇ ਨੌਕਰ ਨੇ ਉਹ ਜ਼ਿੰਮੇਵਾਰੀ ਲੈ ਲਈ। ਧਿਆਨ ਦੇ ਨਾਲ ਸੁਣਨਾ, ਇਹ ਗੱਲ ਦੱਸ ਕੇ ਫਿਰ ਅਸੀਂ ਦੁਆ ਦੇ ਵਿੱਚ ਜਾਵਾਂਗੇ। ਉਹਨੇ ਜ਼ਿੰਮੇਵਾਰੀ ਲੈ ਲਈ। ਦੁਆ ਕੀ ਖੁਦਾ ਦੇ ਅੱਗੇ ਕੀਤੀ? ਬੋਲਾ ਹਾਲੇਲੂਇਆ, ਸਾਰੇ ਬੋਲਾ ਹਾਲੇਲੂਇਆ। ਥੋੜਾ ਜਿਹਾ ਉਸ ਵਚਨ ਦੇ ਵਿੱਚ ਜਾਵਾਂਗੇ, ਉਤਪਤੀ ਦੀ ਕਿਤਾਬ ਉਸ ਦਾ 24 ਅਧਿਆਇ। ਉਸਨੇ ਇਹ ਜ਼ਿੰਮੇਵਾਰੀ ਲੈ ਲਈ ਔਰ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕੀਤੀ। 24 ਅਧਿਆਇ ਉਹਦੀ 12 ਤੋਂ ਲਿਖਿਆ, ਤਦ ਉਸ ਆਖਿਆ, ਹੇ ਯਹੋਵਾ ਮੇਰੇ ਸੁਆਮੀ ਅਬਰਾਹਾਮ ਦੇ ਪਰਮੇਸ਼ਰ, ਅੱਜ ਮੇਰਾ ਸਭ ਕਾਰਜ ਸਫਲ ਕਰ ਅਤੇ ਮੇਰੇ ਸੁਆਮੀ ਅਬਰਾਹਾਮ ਉੱਤੇ ਦਇਆ ਕਰ। ਵੇਖ, ਮੈਂ ਪਾਣੀ ਦੇ ਚਸ਼ਮੇ ਉੱਤੇ ਖੜਾ ਹਾਂ ਔਰ ਨਗਰ ਦੇ ਮਨੁੱਖਾਂ ਦੀਆਂ ਧੀਆਂ ਪਾਣੀ ਭਰਨ ਨੂੰ ਆਉਂਦੀਆਂ ਹਨ। ਐਉਂ ਹੋਵੇ ਕਿ ਜਿਹੜੀ ਛੋਕਰੀ ਨੂੰ ਮੈਂ ਆਖਾਂ ਭਈ ਉਹ ਆਪਣਾ ਘੜਾ ਕੋਡਾ ਕਰੀ ਅਤੇ ਮੈਂ ਪੀਵਾਂਗਾ, ਤਾਂ ਉਹ ਆਖੇ ਪੀਓ, ਅਤੇ ਮੈਂ ਉਹ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ। ਅਤੇ ਉਹ ਹੋਵੇ ਜਿਸ ਨੂੰ ਤੈਂ ਆਪਣੇ ਦਾਸ ਇਸਹਾਕ ਦੇ ਲਈ ਠਹਿਰਾਇਆ ਹੈ, ਅਤੇ ਮੈਂ ਇਸੇ ਗੱਲ ਤੋਂ ਜਾਣਾਂਗਾ ਕਿ ਤੈਂ ਮੇਰੇ ਸੁਆਮੀ ਉੱਤੇ ਕਿਰਪਾ ਕੀਤੀ ਹੈ। ਹਾਲੇਲੂਇਆ, ਸਾਰੇ ਬੋਲੋ ਹਾਲੇਲੂਇਆ। ਸ਼ਾਇਦ ਤੁਸੀਂ ਇਸ ਗੱਲ ਨੂੰ ਸਮਝੇ ਨਹੀਂ ਆ। ਅਲੀਆਜ਼ਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਕਿ ਤੂੰ ਮੇਰੇ ਲੋਕਾਂ ਦੇ ਵਿੱਚ ਜਾਣਾ ਔਰ ਜਾ ਕੇ ਉੱਥੋਂ ਤੂੰ ਮੇਰੇ ਬੇਟੇ ਦੇ ਲਈ ਉਹਦੀ ਵਹੁਟੀ ਲੈ ਕੇ ਆਉਣੀ ਹੈ। ਔਰ ਉਹ ਗਿਆ। ਉੱਥੇ ਪੁਰਾਣੇ ਸਮੇਂ ਦੇ ਵਿੱਚ ਖੂਹ ਹੁੰਦੇ ਸੀ ਨਾ, ਔਰ ਉਹ ਬਾਰ-ਬਾਰ ਬੈਠ ਗਿਆ ਕਿ ਇੱਥੇ ਲੜਕੀਆਂ ਨੇ ਆਉਣਾ ਵਾ ਪਾਣੀ ਭਰਨ ਦੇ ਲਈ। ਦੁਆ ਪਤਾ ਕੀ ਕੀਤੀ ਉਹਨੇ? ਕੀ ਕੀਤੀ ਭਲਾ ਦੁਆ ਉਹਨੇ? ਕਿ ਪ੍ਰਭੂ ਮੈਂ ਜਿਸ ਲੜਕੀ ਨੂੰ ਕਹਾਂ ਕਿ ਮੈਨੂੰ ਪਾਣੀ ਪਿਲਾ, ਔਰ ਉਹ ਕਵੇ ਮੈਂ ਤੁਹਾਨੂੰ ਵੀ ਪਾਣੀ ਪਿਲਾਵਾਂਗੀ ਤੇ ਤੁਹਾਡੇ ਊਠਾਂ ਨੂੰ ਵੀ ਕੀ ਕਰਾਂਗੀ? ਹਾਲੇਲੂਇਆ। ਉਹੀ ਹੋਵੇਗੀ, ਉਹੀ ਹੋਵੇਗੀ ਇਸਹਾਕ ਦੀ ਪਤਨੀ। ਅੱਜ ਕੱਲ ਬਹੁਤ ਵਾਰੀ ਸ਼ਕਲਾਂ ਹੀ ਵੇਂਦੇ ਆ, ਰੰਗ ਚਿੱਟਾ ਹੋਣਾ ਚਾਹੀਦਾ, ਲੜਕੀ ਉੱਚੀ ਲੰਬੀ ਹੋਣੀ ਚਾਹੀਦੀ ਆ, ਲੜਕਾ ਇਦਾਂ ਦਾ ਹੋਣਾ ਚਾਹੀਦਾ ਹੈ। ਅਲੀਆਜ਼ਰ ਨੇ ਇਸ ਤਰ੍ਹਾਂ ਦੀ ਦੁਆ ਕੀਤੀ।
प्रभु कोई सुंदर जी लड़की भेजना जिहदे नैन नक्श बहुत वधिया होण, रंग चिट्टा होवे ते ओ इसहाक दी पत्नी ना। उसने की किया कि प्रभु मैं जिस कोलों पानी मंगा मैनू की करे। हैं अज कई ते पानी नहीं पुछदियां। सब तो पहली गल उन्हें कहा कि जिस को पानी मंगा वो मैनू की करे, पानी पिलावे। और फिर वो कहे कि मैं तेरे ऊठां नूं भी पानी। तुहानूं पता ऊठ एक बारी कितना पानी पी जांदा है? 200 लीटर के करीब। ते पता ऊठ किन्ने सी उहदे कोल? किसी नूं पता किन्ने ऊठ सी? 10 ऊठ सी। 10 ऊठ सी उहदे कोल। ते उहने दुआ किन्नी बुद्ध दे नाल परमेश्वर दे अगे कीती है। अज कई दुआवां परमेश्वर दे अगे करदे ते उन्हां नूं पता नहीं वो मंगण की डे आ। कई दुआ करदे कि खुदावन कोठी बना दे, एक बारी मैं अपने शरीकां नूं दसना चाहुंदा, प्रभु एक बारी ना एक गड्डी इदां दी दे दे, पता लग जे पिंड वालियां नूं जदों मैं है पिंड दे विच वड़ा। कई दुआवां ही इदां दियां करदे लोकां नूं नीवां विखाउण लई, दूजिਆਂ नूं साड़न वास्ते। ਉਹ ਜੇ ਤੁਸੀਂ ਦੂਜਿਆਂ ਨੂੰ ਸਾੜਨ ਵਾਸਤੇ ਪ੍ਰਾਰਥਨਾ ਕਰਦੇ ਹੋ ਤੇ ਉਹ ਦੁਆਵਾਂ ਕਿੱਥੇ ਪਰਮੇਸ਼ਰ ਤੁਹਾਡੀਆਂ ਸੁਣੇਗਾ। ਔਰ ਅਸੀਂ ਪ੍ਰਭੂ ਦੇ ਕਲਾਮ ਦੇ ਵਿੱਚੋਂ ਪੜ੍ਹਦੇ ਹਾਂ, ਇਦਾਂ ਹੀ ਹੋਇਆ। ਉੱਥੇ ਰਿਬਕਾ ਆਈ। ਰਿਬਕਾ ਨੂੰ ਖੁਦਾ ਵੱਲੋਂ ਉਹਨੇ ਦੁਆ ਜੋ ਕੀਤੀ ਸੀ, ਉਹਨੇ ਆਖਿਆ ਮੈਨੂੰ ਪਾਣੀ ਪਿਲਾ। ਤੇ ਉਹ ਕੀ ਕਹਿੰਦੀ, ਮੈਂ ਤੈਨੂੰ ਪਾਣੀ ਪਿਲਾਵਾਂਗੀ ਤੇ ਤੇਰੇ ਊਠਾਂ ਨੂੰ ਵੀ ਪਾਣੀ। ਹਾਲੇਲੂਇਆ। ਤੁਹਾਨੂੰ ਪਤਾ ਅਬਰਾਹਮ ਦੇ ਨੌਕਰ ਨੇ ਕੀ ਚਾਹੁੰਦਾ ਸੀ ਕਿ ਮੇਰੇ ਮਾਲਕ ਦੀ ਨੌ ਕਿੱਦਾਂ ਦੀ ਹੋਵੇ, ਜਿਹੜੀ ਮਿਹਨਤੀ ਹੋਵੇ, ਕੰਮ ਕਰਨ ਵਾਲੀ ਹੋਵੇ। ਹਾਲੇਲੂਇਆ। ਸਾਰੇ ਬੋਲੋ ਹਾਲੇਲੂਇਆ। ਆਪਣੇ ਹੱਥਾਂ ਨੂੰ ਉਠਾਵਾਂਗੇ, ਬੋਲੋ ਹਾਲੇਲੂਇਆ, ਹਾਲੇਲੂਇਆ। और की किया उसने पानी पिलाया उसनू। उस तो बाद ऊठां दे लई वो खूह दे अंदर जांदी सी। पानी ये नहीं देखो अजकल तो पानी पिलाना बहुत ही सौखा। हाँ जी, स्विच दबो जिन्ना मर्जी पानी डंगरां नू पिलाई जाओ। उस टाइम खूह दे अंदर जाना, अंदर जाके फिर पानी लैके आना और जिहड़ा बाहर च बच्चा बना सी उहदे विच पाउणा। और 10 ऊठ सन और लिखा अब्राहम दा नौकर सब वेखदा रहा। हालेलुया। सारे बोलो हालेलुया। और जदों वो पानी पिला चुकी ते उन्हें की किया, इत्थे देखो इस गल दा रिबका नूं पता सी कि मेरे नाल की होवेगा? नहीं सी पता। जिहड़ियां बच्चियां, जिहड़ियां खुदा दियां बेटियां तनो मनो सेवा करदियां ने, काम तो भजदियां नहीं आ। कई लड़कियां जिहड़ियां ने मावां खपदियां रहिंदियां ने भी आ कर लो, आ कर लो ना। और कई लड़के भी, ठीक है, तुसी कदे तरक्की नहीं कर सकते, अगे नहीं बध सकते। और की होया यदि असीं पढ़ांगे, जदों पानी पिला चुका ते 22 आयत नूं देखिए, तद ऐ होया कि जद ऊठ पी चुके तां उस मनुख ने अद्धे तोले सोने दी एक नथ और 10 तोले सोने दे 2 कड़े ओदे हत्थां दे लई कड्डे। हुण बोलो जोर से हालेलुया। सारे बोलो हालेलुया। मंगे रिबका ने, हाँ जी, उन्हें सेवा की, उन्हें सोना पै गया। देखो मेरे प्यारे अजीजो, सोने जिहड़े आ शक्लों जिहड़े सोने ने वो सोने नहीं हुंदे। काम उन्हां दे मतलब गलत वा, शक्लों सोने ने ते वो सोने नहीं। ताडे काम चंगे काम तुहानू सोना बनाउंदे ने। बोलो हालेलुया। सारे बोलो हालेलुया। गल हो रही सी है ना मेकअप दी, कई है ना ब्यूटी पार्लर जाते हैं, उत्थे शक्ल ही बदल देंगे ते बाद शक्ल ही इन्नी इन्ने मेकअप कर करके इन्ना सोहना बना देंगे, अगले दिन पछाणते नहीं हो ही है।
एक मैं वीडियो देख रहा सी, कोई बंदा लैके आउंदा अपनी औरत नूं ब्यूटी पार्लर दे विच ते ओह अंदर लै जांदे उहनूं तैयार करन दे लई, ते ओह जदों बाहर आउंदी पछाणदा ही नहीं उहनूं भी इहो सी। और कई बड़ा जो मेकअप तैयार होंगे तो उन्होंने एटीट्यूड ही बड़ा होंदा, किते गिलासी नूं किते हाथ पाउंदे बहुत ही एटीट्यूड आ जाता। देखो चंगी गल है खुदा ने सानू अच्छी शक्ल दिती है, हालेलुया। चंगी गल है खुदा ने सानू बल दिता है, पर जदों साडे काम चंगे होणगे, असीं वड्डियां दा आदर करांगे, असीं सेवा करांगे, खुदा दे घर दे आण के सेवा करांगे। मैं झूठ नहीं बोल रहा, जदों मैं अपने चर्च दे विच सी, मैं देखदा सी चर्च खत्म हुंदा सी, कुछ भैणां जिहड़ियां सी ओह बाहर आण के जिथे बर्तन धोंदे ने, ते ओह बर्तन मैं हर हफ्ते मैं देखदा हुंदा सी कि ओह बर्तन साफ कर रही हैं। तो मैनूं फील हुंदा सी कि ये किसे खुदा दे कोल बरकत लैण दे लई ये काम कर रही ने। एक तो हुंदी ना दुआ, वर्त रख के प्रभु दा दास तुहाडे लई दुआ करदा कि खुदावन मेरे उस बेटे नूं, उस बेटी नूं, साडी उस भैण नूं, भरा नूं आ बरकत दे। एक बरकत निकलदी आ तुहाडी सेवा वेख के। ते मैं जदों उन्हां नूं देखदा हुंदा सी ते मेरे दिलों ही एक बरकत निकलदी सी, प्रभु इस भैण दे घर विच बच्चा नहीं है, प्रभु नूं बच्चा दे, इहदे जीवन विच आशीष नहीं है। ते मैं देखिया कि खुदा ने उन्हां दियां झोलियां नूं भरिया, खुदा ने उन्हां लोकां नूं बरकत दित्ती, हालेलुया। सारे बोलो हालेलुया। ते जे असीं कुछ करके ही राजी नहीं है, असीं उदां ही नंबर बनाउंदे फोके ही। खुदा दा राज जिहड़ा गल्लां बातां दा नहीं है, करके कुछ विखाइए, अधीन हो के सेवा करिए, ते सेवा करके ते सेवा सुनाइए ना, ठीक है। बस जी असीं इन्ना दान दिंदे रहे तुहानूं, असीं इन्ना दसवंध तुहानूं दिंदे रहे, इन्ना खाना तुहानूं खिलाता, तुसीं साडे लई साडे घर नहीं आए, साडे लई दुआ नहीं कीती। कई करके ते बाद च सुणाउंदे बड़े, घर दे विच भी कई काम थोड़ा जिहा कर लैंदे, मैं तुहाडे लई आ करदा, नौकर बनिया, वो है जे है, कई कुछ कर दिंदे, तुहाडा कोई फायदा नहीं उस चीज़ दा। जे तुसीं करके ते बाद विच सुणाउंदे बड़े, तुसीं बुद्धवान नहीं हो। बुद्धवान पति और पत्नी ਉਹ ਨੇ ਜਿਹੜੇ ਆਪਣੇ ਘਰ ਦਾ ਵੀ ਕੰਮ ਲਿਖਿਆ ਮਿਹਨਤ ਵਿੱਚ ਢਿੱਲੇ ਨਾ ਹੋ ਤੇ ਆਤਮਾ ਦੇ ਚ ਕੀ ਰਵੋ, ਆਤਮਿਕ ਤੌਰ ਤੇ ਵੀ ਖੁਦਾ ਦੇ ਘਰ ਦੇ ਚ ਵੀ ਉਹ ਖੁਦਾ ਦੇ ਲੋਕਾਂ ਦੀ, ਪ੍ਰਭੂ ਦੇ ਲੋਕਾਂ ਦੀ ਸੇਵਾ ਕਰਦੇ ਨੇ, ਖੁਦਾ ਦੇ ਘਰ ਦੀ ਸੇਵਾ ਕਰਦੇ ਨੇ, ਆਪਣੇ ਘਰ ਦਾ ਕੰਮ ਵੀ ਬੜੀ ਲਗਨ ਦੇ ਨਾਲ ਕਰਦੇ ਨੇ, ਹਾਲੇਲੂਇਆ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। देखो असी पवित्र बाइबल दे बहुत सारिया होर उदाहरणा ने, पर जस्ट असी बस दुआ करने वाले हाँ। असी देखते हैं कि कई लोगों ने सेवा तो की, पर उन्होंने गलत नीति दे नाल सेवा की, जिदा कि हननिया ते सफीरा ने जो वेख्या कि लोग जमीन जायदाद वेचते हैं और परमेश्वर के घर दे लई वो दे रहे हैं, तो उन्होंने भी अपनी जमीन बेची, पर उन्होंने अपनी जो सेवा करना उन्होंने फैसला लै लिया, तो जो उन्होंने कोल पैसा आ गया तो उन्हों का दिल दोनों का बेईमान हो गया, तो उन्होंने जो बरकत मिलनी चाहिए सी वो मिली नहीं, हालेलुया। सारे बोलो हालेलुया। प्रभु दे कलाम दे विच लिखिया है, प्रेम बाले पापां नूं की कर दिंदा, सारे बोलो प्रेम बाले पापां नूं ढक दिंदा। जे तुहाडा आपस विच प्रेम है तो तुसी अपने परिवार दीयां गलतियां बाहर जाके नहीं दसोगे। पति पत्नी दा आपस विच प्रेम है, चंगियां गल्लां दसो, माड़ियां गल्लां ना दसो। कई चुगलियां कर ली बैठ जाते हैं, एक कहंदा मेरी घर वाली इदां, वो कहंदा मेरी भी इदां, हाँ जी, वो कहंदे मेरा पति इदां, मेरी सस इदां, मेरी दराणी इदां, मेरी जठानी इदां, वो दूजी भी नाल नाल कहानी चलती रहिंदी है। तो वचन दे विच लिखिया है कि चुगली करन वालियां दियां चुगलियां जिहड़ियां ने स्वाद लई बुरकी वर्गियां ने। आप खुदा दा काम नहीं कर रहे। प्रेम बाले पापा नूं की कर दिंदा है, ढक दिंदा है। जदों प्रभु ने मरियम नूं ते यूसुफ नूं चुनिया कि इन्हां दे घर दे विच प्रभु यीशु मसीह आए, तो लिखा यूसुफ नूं पता लग गया कि मरियम की आ गर्भवती है। एक कुंवारी लड़की गर्भवती हो जाए
ਕਿੱਦਾਂ ਯਕੀਨ ਦਿਵਾਉਣਾ ਪ੍ਰਭੂ। ਔਰ ਲਿਖਿਆ ਉਹਨੇ ਕੀ ਕੀਤਾ, ਉਹਨੇ ਲਿਖਿਆ ਚੁੱਪ ਕੀਤੇ ਉਹਨੂੰ ਤਿਆਗਣ ਦਾ ਕੀ ਕਰ ਲਿਆ, ਕਿਉਂਕਿ ਉਹ ਧਰਮੀ ਪੁਰਖ ਸੀ। ਇੰਨਾ ਧਰਮੀ ਬੰਦਾ ਸੀ। ਜਿਹੜੇ ਧਰਮੀ ਬੰਦੇ ਨੇ ਉਹ ਦੇਖੋ ਗੱਲ ਹੋਵੇ ਤੇ ਉਹਨੂੰ ਦਬਾ ਲੈਂਦੇ ਨੇ। ਪਿਆਰ ਉਹ ਨਹੀਂ ਹੁੰਦਾ ਕਿ ਉਹ, ਪ੍ਰਭੂ ਨੇ ਵੀ ਇਹ ਗੱਲ ਕਹੀ ਹੈ ਕਿ ਕੋਈ ਤੁਹਾਡਾ ਭਲਾ ਕਰਦਾ ਤੁਸੀਂ ਉਹਦਾ ਕਰੀ ਜਾਣ ਦੇ। ਇਹ ਪਿਆਰ ਨਹੀਂ ਹੁੰਦਾ। ਉਹ ਮੈਨੂੰ ਪਿਆਰ ਕਰਦਾ ਮੈਂ ਤੈਨੂੰ ਪਿਆਰ, ਇਹ ਨਹੀਂ ਹੁੰਦਾ। ਕਿਤੇ ਜਦੋਂ ਗਲਤੀ ਵੀ ਹੋ ਜਾਂਦੀ ਆ ਉਹਦੇ ਵਿੱਚ ਵੀ ਤੁਹਾਡਾ ਪਿਆਰ ਜਿਹੜਾ ਮਜ਼ਬੂਤ ਰਹਿੰਦਾ। ਹਾਲੇਲੂਇਆ। ਤੁਸੀਂ ਇੱਕ ਦੂਜੇ ਨੂੰ ਮਾਫ ਕਰਦੇ ਹੋ। ਉਹ ਹੈ ਬੁੱਧ। ਉਹ ਲੋਕ ਬੁੱਧਵਾਨ ਨਹੀਂ ਆ, ਉਹ ਮੂਰਖ ਲੋਕ ਨੇ ਜਿਹੜੇ ਆਪਣੇ ਘਰ ਦੀਆਂ ਕਮੀਆਂ ਜਿਹੜੀਆਂ ਉਹ ਬਾਹਰ ਜਾ ਕੇ ਦੱਸਦੇ ਨੇ। ਉਹ ਬੁੱਧਵਾਨ ਨਹੀਂ ਹੈ, ਉਹ ਆਪਣਾ ਘਰ ਖੁਦ ਉਜਾੜ ਰਹੇ ਨੇ। ਇਸ ਲਈ ਸਾਡੇ ਪਰਿਵਾਰਾਂ ਦੇ ਵਿੱਚ ਚਮਤਕਾਰ ਕੰਮ ਹੋਣਗੇ। ਹਾਲੇਲੂਇਆ। ਖੁਦਾ ਸਾਨੂੰ ਬਰਕਤ ਦੇਣ ਦੇ ਲਈ ਜਾ ਰਿਹਾ ਵਾ। ਹਾਲੇਲੂਇਆ। ਪਰ ਅੱਜ ਜੋ ਅਸੀਂ ਖੁਦਾ ਦੇ ਪਾਕ ਕਲਾਮ ਦੇ ਚੋਂ ਸਿੱਖਿਆ, ਪ੍ਰਾਰਥਨਾ ਦੇ ਨਾਲ, ਵਰਤ ਦੇ ਨਾਲ, ਕਲਾਮ ਦੇ ਨਾਲ, ਸੰਗਤੀ ਦੇ ਨਾਲ ਅਸੀਂ ਅੱਜ ਤੋਂ ਸੇਵਾ ਦੇ ਵਿੱਚ ਲੱਗ ਜਾਣਾ। ਹਾਲੇਲੂਇਆ। ਕਿਸੇ ਨੇ ਵੀ ਸੁਸਤੀ ਨਹੀਂ ਕਰਨੀ, ਲਾਪਰਵਾਹੀ ਨਹੀਂ ਕਰਨੀ। ਜੇ ਲਾਪਰਵਾਹ ਹੋਗੇ, ਸੁਸਤ ਰਹੋਗੇ ਤੇ ਤੁਹਾਡੇ ਜੀਵਨ ਦੇ ਵਿੱਚ ਬਰਕਤ ਨਹੀਂ ਜੇ ਆਉਣ ਵਾਲੀ। ਜਿੱਥੇ ਮਰਜ਼ੀ ਭੱਜ ਲਓ, ਜਿੰਨੀ ਮਰਜ਼ੀ ਦੁਆਵਾਂ ਕਰ ਲਓ, ਕੁਛ ਨਹੀਂ ਮਿਲੇਗਾ। ਜਿਹਨੂੰ ਅਸੀਂ ਵਿਸ਼ਵਾਸੀਆਂ ਦਾ ਪਿਤਾ ਕਹਿੰਦੇ ਆ, ਸ਼ੁਰੂਆਤ ਮੈਂ ਉੱਥੋਂ ਕੀਤੀ ਸੀ। ਉਹਨੇ ਵੀ ਸੇਵਾ ਕੀਤੀ ਤੇ ਉਹਨਾਂ ਦੇ ਘਰ ਦੇ ਵਿੱਚ ਜਦੋਂ 100 ਸਾਲ ਦੇ ਸੀ ਬੇਟਾ ਹੋਇਆ। ਇੱਕ ਬੜਾ ਵੱਡਾ ਚਮਤਕਾਰ ਕੰਮ ਹੋਇਆ। ਹਾਲੇਲੂਇਆ। ਆइए अपनी अखा बंद करिए, अपने सिरां नूं खुदा दी हज़ूरी च झुकाइए।